ठाकुर द्वारा डेरा बाबा राधिका दास जी कस्बा लौंगोवाल ਜ਼ਿਲ੍ਹਾ ਸੰਗਰੂਰ ਦਾ ਪਵਿੱਤਰ ਅਸਥਾਨ ਜਿਹਦੀ ਦੇਸ਼ਾਂ ਵਿਦੇਸ਼ਾਂ ਤੱਕ ਦੀਆਂ ਸੰਗਤਾਂ ਅੰਦਰ ਅਥਾਹ ਸ਼ਰਧਾ ਹੈ। ਇਸ ਅਸਥਾਨ ਦੇ ਗੱਦੀ ਨਸ਼ੀਨ ਮਹੰਤ ਹੀਰਾ ਦਾਸ ਜੀ ਹਨ, ਜੋ ਕਿ ਆਪਣੇ ਗੁਰੂ ਪਿਤਾ ਬ੍ਰਹਮਲੀਨ ਮਹੰਤ ਪੁਰਸ਼ੋਤਮ ਦਾਸ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਹਨ। ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਇਸ ਅਸਥਾਨ ਦੇ। ਅਸਥਾਨ ਤੇ ਖੜ ਦਰਸ਼ਨ ਸਾਧੂ ਸਮਾਜ ਮਹਾਮੰਡਲ ਪੰਜਾਬ ਵੱਲੋਂ ਇੱਕ ਸਮਾਗਮ ਕੀਤਾ ਗਿਆ, ਜਿਸ ਦੀ ਦੇਖ ਰੇਖ ਸਰਪ੍ਰਸਤ ਮਹੰਤ ਸਤਕਾ ਨਾਥ ਜੀ ਗੁਰਮਾ ਵਾਲੇ ਕਰ ਰਹੇ ਸਨ। ਇਸ ਸਮੇਂ ਮਹੰਤ ਕਾਹਨ ਦਾਸ ਜੀ ਸੁਨਾਮ, ਮਹੰਤ ਬਿਕਰਮਜੀਤ ਸਿੰਘ ਜੀ ਰੌਣੀ, ਮਹੰਤ ਖੁਸ਼ੀ ਰਾਮ ਜੀ ਫਰਵਾਹੀ, ਮਹੰਤ ਗੋਪਾਲ ਦਾਸ ਜੀ ਹਠਨ, ਮਹੰਤ ਕ੍ਰਿਸ਼ਨ ਬਲਦੇਵ ਜੀ ਰੰਗੀਆਂ, ਮਹੰਤ ਹਰਬੰਸ ਦਾਸ ਜੀ ਰਾਈਆਂ, ਮਹੰਤ ਸਦੇਵ ਦਾਸ ਜੀ ਹੰਡਿਆਇਆ, ਮਹੰਤ ਜਸਪਾਲ ਦਾਸ ਜੀ ਧਨੌਲਾ, ਮਹੰਤ ਮੰਗਲ ਦਾਸ ਜੀ ਧਨੌਲਾ, ਮਹੰਤ ਜਗਦੀਸ਼ ਦਾਸ ਜੀ ਧਨੌਲਾ, ਮਹੰਤ ਦੇਵਰਾਜ ਜੀ ਹੰਡਿਆਇਆ, ਮਹੰਤ ਤਾਰਾ ਸਿੰਘ ਜੀ ਨਾਭਾ, ਮਹੰਤ ਬਾਲਕ ਦਾਸ ਜੀ ਅਮਰਗੜ੍ਹ, ਮਹੰਤ ਬੁੱਕਣ ਦਾਸ ਜੀ ਤਪਾ, ਮਹੰਤ ਬੀਰਬਲ ਦਾਸ ਜੀ ਤਪਾ, ਮਹੰਤ ਸੋਮਦਾਸ ਜੀ ਤਪਾ, ਮਹੰਤ ਜਗਵਿੰਦਰ ਦਾਸ ਜੀ ਫਤਿਹਗੜ੍ਹ ਛੰਨਾ, ਮਹੰਤ ਪਰਮਾਨੰਦ ਜੀ ਰਾਮਪੁਰਾ ਫੂਲ, ਮਹੰਤ ਵੀਰਭੱਦਰ ਦਾਸ ਜੀ ਨਮੋਲ, ਮਹੰਤ ਜਗਪਾਲ ਦਾਸ ਜੀ ਧੰਦੀਵਾਲ, ਮਹੰਤ ਸਦੇਵ ਦਾਸ ਜੀ ਭਦੌੜ, ਮਹੰਤ ਅਮਰਦਾਸ ਜੀ ਸ਼ਾਹਪੁਰ ਕਲਾਂ, ਮਹੰਤ ਰੇਸ਼ਮ ਦਾਸ ਜੀ ਟੱਲੇਵਾਲ, ਮਹੰਤ ਹਰੀਦਾਸ ਜੀ ਭੋਤਨਾ, ਮਹੰਤ ਸੁਭਾਸ਼ ਚੰਦ ਜੀ ਚੰਗਲੀ, ਮਹੰਤ ਕੌਰ ਦਾਸ ਜੀ ਕਪੂਰਸ਼ਾਹ, ਮਹੰਤ ਚੰਨਨ ਦਾਸ ਜੀ ਸ਼ੇਰੋਂ, ਮਹੰਤ ਪ੍ਰਦੀਪ ਕੁਮਾਰ ਜੀ ਅਮਰਗੜ੍ਹ, ਮਹੰਤ ਸੰਦੋਖ ਦਾਸ ਜੀ ਧਰਮਗੜ੍ਹ, ਮਹੰਤ ਸ਼ਕੀਨ ਦਾਸ ਜੀ ਘਾਬਦਾ, ਮਹੰਤ ਜਗਦੀਸ਼ ਦਾਸ ਜੀ ਤੁੰਗਾ ਸਮੇਤ ਅਨੇਕਾਂ ਮਹਾਂਪੁਰਸ਼ ਪੁੱਜੇ।
ਸੰਤ ਸਮਾਜ ਦਾ ਉਹ ਕੀ ਹੈ, ਉਸੇ ਤਰ੍ਹਾਂ ਅਸੀਂ ਮੀਟਿੰਗ ਦਾ ਆਧਾਰ ਵੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਹਿਲਾਂ ਅਧਿਆਤਮਿਕ ਤੌਰ ਤੇ ਅਸੀਂ ਚੇਤਨ ਹੋਈਏ, ਅਸੀਂ ਜਾਣੂ ਹੋਈਏ। ਜੇ ਅਸੀਂ ਜਾਣੂ ਹੋਵਾਂਗੇ ਤਾਂ ਹੀ ਅਸੀਂ ਜੋ ਅਸਲੀ ਸੰਤ ਦਾ ਮਕਸਦ ਹੈ ਉਸ ਤੇ ਪੂਰਤੀ ਪਾ ਸਕਾਂਗੇ। ਇਹਦੇ ਨਾਲ ਹੀ ਜਦੋਂ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ, ਅਸੀਂ ਆਮ ਲੋਕਾਂ ਦੇ ਵਿੱਚ ਵਿਚਰਦੇ ਹਾਂ, ਤਾਂ ਸਾਡੀਆਂ ਥੋੜ੍ਹੀਆਂ ਬਹੁਤੀਆਂ ਸਮੱਸਿਆਵਾਂ ਜਿਹੜੀਆਂ ਮੌਕੇ ਤੇ ਹੱਲ ਕਰਨ ਵਾਲੀ ਹੁੰਦੀਆਂ ਨੇ ਉਹ ਵੀ ਆ ਜਾਂਦੀਆਂ ਨੇ। ਉਹਨਾਂ ਦੇ ਹੱਲ ਬਾਰੇ ਵੀ ਆਪਾਂ ਵਿਚਾਰਾਂ ਕਰਦੇ ਹਾਂ। ਸੋ ਮੈਂ ਬਹੁਤਾ ਲੰਮਾ ਸਮਾਂ ਨਾ ਲੈ ਕੇ ਜਾਂਦਾ ਹੋਇਆ, ਕਿਉਂਕਿ ਆਪਾਂ 10 ਵਜੇ ਦਾ ਟਾਈਮ ਰੱਖਦੇ ਹਾਂ, 12:30 ਤਕਰੀਬਨ ਹੋ ਗਏ। ਮੈਂ ਬੇਨਤੀ ਕਰੂੰਗਾ ਸਾਡੀ ਮੀਟਿੰਗ ਦੇ ਵਿੱਚ ਹਾਜ਼ਰ ਇਸ ਵੇਲੇ ਰੰਗੀਆਂ ਸਾਹਿਬ ਆਏ ਹੋਏ ਨੇ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਅਧਿਆਤਮਿਕ ਤੌਰ ਤੇ ਕ੍ਰਿਸ਼ਨ ਬਲਦੇਵ ਜੀ ਰੰਗੀਆਂ ਉਹ ਸਾਡੇ ਨਾਲ ਆਪਣੇ ਵਿਚਾਰ ਆ ਕੇ ਸਾਂਝੇ ਕਰਨ। ਰੰਗੀਆਂ ਸਾਹਿਬ, ਬੜੀ ਖੁਸ਼ੀ ਦੀ ਗੱਲ ਹੈ, ਹਰ ਮਹੀਨੇ ਪਿੱਛੋਂ ਸਾਡੀ ਮੀਟਿੰਗ ਹੁੰਦੀ ਹੈ, ਕੁਝ ਵਿਚਾਰ ਸਾਂਝੇ ਕੀਤੇ ਜਾਂਦੇ ਹੈ, ਕੁਝ ਪਰਮਾਰਥ ਦੇ ਬਾਰੇ ਬੋਲਿਆ ਜਾਂਦਾ ਹੈਗਾ। ਅਸੀਂ ਤਾਂ ਹਰ ਵਾਰੀ ਇਹੀ ਬੇਨਤੀ ਕਰਦੇ ਹਾਂ ਜਿੰਨਾ ਕੁ ਕੁਛ ਆਪਾਂ ਕੁਝ ਵੀ ਕਹਿ ਸਕਦੇ ਹਾਂ ਉਹਨਾਂ ਕੁ ਜ਼ਰੂਰ ਬੋਲੋ, ਜਿੰਨਾ ਕੁ ਆਪਾਂ ਨੂੰ ਗਿਆਨ ਹੈ, ਜਿੰਨੀ ਕੁ ਨੌਲੇਜ ਹੈਗੀ। ਸਾਨੂੰ ਇੱਕ ਤਾਂ ਸਾਡੀ ਜਾਗ ਖੁੱਲ੍ਹ ਜਾਂਦੀ ਹੈ, ਕਿਉਂ ਆਪਾਂ ਹੁਣ ਥੋੜ੍ਹੇ ਬੰਦੇ ਆ, ਆਪਦੇ ਘਰ ਦੇ ਬੰਦੇ, ਇੱਕ ਪਰਿਵਾਰ ਹੈ ਆਪਣਾ। ਸੋ ਇੱਥੇ ਬੋਲਣਾ ਵੀ ਬਹੁਤ ਸਕਾਲ ਹੈਗਾ। ਸਾਈਂ ਬੁੱਲੇ ਸ਼ਾਹ ਨੇ ਲਿਖਿਆ ਹੈ, ਮੈਂ ਪਾਇਆ ਭੇਦ ਕਲੰਦਰ ਦਾ, ਰਾਹ ਦੇਖਿਆ ਜਦੋਂ ਅੰਦਰ ਦਾ। ਬੜੀ ਪਰਮਾਤਮਾ ਬਾਰੇ ਖੋਜ ਬਾਰੇ ਬਹੁਤ ਸਾਈਂ ਲਿਖ ਰਹੇ ਨੇਗੇ। ਅੰਤਰਮੁਖੀ ਹੋਣ ਨੂੰ ਤਰਜੀਹ ਦੇ ਰਹੇ ਨੇਗੇ ਵੀ ਕਿਸ ਤਰ੍ਹਾਂ ਅੰਤਰਮੁਖੀ ਹੋ ਗਏ। ਮੈਂ ਕਿ ਪਰਮਾਤਮਾ ਦਾ ਭੇਦ ਪਾ ਲਿਆ, ਆਪਣੇ ਅੰਦਰ ਪਰਮਾਤਮਾ ਦੇ ਦਰਸ਼ਨ ਕਰ ਲਏ। ਹੋਰ ਵੀ ਬੜਾ ਕੁਛ ਲਿਖਦੇ ਹੈਗੇ। ਜਦ ਮੈਂ ਸਾਬਕ ਇਸ਼ਕ ਦਾ ਪੜ੍ਹਿਆ, ਮਸਜਿਦ ਕੋਲੋਂ ਜਿਹੜਾ ਛੜਿਆ, ਭੱਜ ਕੇ ਠਾਕਰ ਦੁਆਰੇ ਵੜਿਆ, ਜਿੱਥੇ ਵੱਜਦੇ ਨਾਦ ਹਜ਼ਾਰ, ਇਸ਼ਕ ਦੀ ਨਵੀਂ ਨਵੀਂ ਬਹਾਰ। ਉਹ ਕਹਿੰਦਾ ਪਹਿਲਾਂ ਮੈਂ ਕਿਤਾਬਾਂ ਨੂੰ ਖੋਜਦਾ ਰਹਿੰਦਾ ਸੀਗਾ, ਜਿਹਦੇ ਮੈਨੂੰ ਕੋਈ ਪ੍ਰਾਪਤੀ ਨਹੀਂ ਹੋਈ, ਨਾ ਖੁਦਾ ਬਾਰੇ ਪਤਾ ਲੱਗਿਆ, ਨਾ ਅੱਲਾ ਬਾਰੇ ਪਤਾ ਲੱਗਿਆ, ਨਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੈਨੂੰ ਕਰਾਹੇ ਪਈ ਗਈਆਂ ਉਹ। ਪਰ ਜਦੋਂ ਮੈਨੂੰ ਇੱਕ ਗੁਰੂ ਦੀ ਪ੍ਰਾਪਤੀ ਹੋ ਗਈ, ਉਹਨੇ ਮੈਨੂੰ ਪਰਮਾਤਮਾ ਦੇ ਪ੍ਰੇਮ ਬਾਰੇ ਦੱਸਦਾ, ਬਸ ਫੇਰ ਕੀ ਸੀਗਾ। ਜਦੋਂ ਕਹਿੰਦਾ ਮੈਂ ਆਪਣੇ ਠਾਕਰ ਦੁਆਰੇ ਅੰਤਰਮੁਖ ਹੋਇਆ, ਅੰਦਰ ਵੜ ਕੇ ਦੇਖਿਆ, ਹਜ਼ਾਰਾਂ ਹੀ ਨਾਦ, ਕੀ ਮਤਲਬ ਹਜ਼ਾਰਾਂ ਨਾਦ ਦਾ ਇਲਾਹੀ ਧੁਨਾਂ, ਹਜ਼ਾਰਾਂ ਇਲਾਹੀ ਧੁਨਾਂ ਅੰਦਰੋਂ ਚੱਲ ਰਹੀਆਂ ਸੀਗੀਆਂ। ਇੰਨਾ ਮਸਤ ਹੋ ਗਿਆ ਸੀਗਾ ਵੀ ਉਹਨੂੰ ਆਪ ਦੀ ਸੁੱਧ ਬੁੱਧੀ ਨਹੀਂ ਰਹੀ। ਹੋਰ ਵੀ ਬੜੇ ਇਸਲਾਮ ਧਰਮ ਦੇ ਵਿੱਚੋਂ ਕਈ ਇਹੋ ਜਿਹੇ ਫਕੀਰ ਹੋਏ ਹੈਗੇ ਜਿਨ੍ਹਾਂ ਨੇ ਪਰਮਾਤਮਾ ਬਾਰੇ ਬਹੁਤ ਕੁਝ ਲਿਖ ਕੇ ਗਿਆ ਗਾ। ਤੇ ਹੁਣ ਮੈਂ ਅੱਗੇ ਇੱਕ 5 ਮਿੰਟ ਹੋਰ 7 ਮਿੰਟ ਲੈਣੇ ਹੈਗੇ। ਸਾਡਾ ਸਰੀਰ ਹਰ ਆਪਾਂ ਸਾਰੇ ਜਾਣਦੇ ਹਾਂ ਵੀ 5 ਤੱਤ ਨੇਗੇ, ਮਿੱਟੀ ਹੈ, ਪਾਣੀ ਹੈ, ਅਗਨੀ ਹੈ, ਹਵਾ, ਆਕਾਸ਼। ਹੁਣ 5 ਤੱਤ ਇਹ ਸਰੀਰ ਦੇ ਵਿੱਚ ਕਿਵੇਂ ਕੰਮ ਕਰਦੇ ਨੇ, ਇੱਕ 5 ਸ਼ਕਤੀਆਂ ਕਿਵੇਂ ਇਹਨਾਂ ਨੂੰ ਕੰਟਰੋਲ ਕਰਦੀਆਂ ਨੇ, ਕਿਵੇਂ ਸਰੀਰ ਦੀ ਸਾਡੀ ਸੁਰੱਖਿਆ ਅੰਦਰੋਂ ਹੋ ਕੇ ਕਰਦੀਆਂ ਨੇ। ਸ਼ੁਰੂ ਕਰਦੇ ਆਪਾਂ ਪਹਿਲਾਂ ਤਾਂ ਮਿੱਟੀ ਦਾ ਹੈ। ਮਿੱਟੀ ਦਾ ਤੱਤ ਹੈ ਗਣੇਸ਼ ਜੀ, ਮਿੱਟੀ ਦੇ ਤੱਤ ਨੂੰ ਕੰਟਰੋਲ ਕਰ ਰਹੇ ਨੇਗੇ। ਗੋਦਾ ਦੇ ਵਿੱਚ ਨਿਵਾਸ ਗਣੇਸ਼ ਜੀ ਆਉਂਦਾ ਹੈ, ਜੋ ਅਸੀਂ ਖਾਂਦੇ ਹਾਂ ਪੀਂਦੇ ਹਾਂ, ਸਾਰਾ ਮਲ ਦਾ ਤਿਆਗ ਕਰ ਦਿਆਂਗੇ। ਇਹ ਸਾਡਾ ਮਿੱਟੀ ਦਾ ਤੱਤ ਹੈ। ਦੂਸਰਾ ਤੱਤ ਹੈ ਪਾਣੀ ਦਾ। ਪਾਣੀ ਦਾ ਤੱਤ ਹੈਗਾ ਬ੍ਰਹਮਾ ਜੀ ਕੰਟਰੋਲ ਕਰ ਰਹੇ ਨੇਗੇ। ਸਾਡੀ ਇੰਦਰੀਆਂ ਦੇ ਵਿੱਚ ਨਿਵਾਸ ਹੈ, ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ, ਆਪਣਾ ਬਾਲ ਬੱਚੇ ਪੈਦਾ ਹੁੰਦੇ ਹੈਗੇ, ਬ੍ਰਹਮਾ ਜੀ ਇਸ ਤਰ੍ਹਾਂ ਰਚਨਾ ਕਰ ਰਹੇ ਹੈਗੇ। ਤੀਸਰਾ ਤੱਤ ਹੈਗਾ ਅਗਨੀ। ਅਗਨੀ ਸਾਡੀ ਮਿਹਦੇ ਦੇ ਵਿੱਚ ਆਪਾਂ ਸਾਰੀ ਜਾਣਦੇ ਹਾਂ, ਜਠਰਾਗਨੀ ਵੀ ਕਹਿ ਦਿੰਦੇ ਹਾਂ, ਜਿੱਥੇ ਸਾਡੇ ਤੁਰਨੇ ਦੇ ਅੰਦਰਲੇ ਪਾਸੇ ਸਾਡਾ ਮਿਹਦਾ ਹੈ। ਜਿੰਨਾ ਵੀ ਅਸੀਂ ਖਾਣਾ ਪੀਂਦੇ ਹਾਂ ਉਹ ਅੱਗ ਸਭ ਨੂੰ ਉਬਾਲ ਕੇ ਖਤਮ ਕਰਕੇ ਉਹਨੂੰ ਰਿੰਡ ਮਾਰ ਕੇ
ਅਲੱਗ-ਅਲੱਗ ਉਹਦੇ ਤੱਤ ਬਣਾਉਂਦੀ ਹੈ। ਖੂਨ ਬਣਾਉਂਦੀ ਹੈ, ਚਰਬੀ ਬਣਾਉਂਦੀ ਹੈ, ਮਿੱਝ ਬਣਾਉਂਦੀ ਹੈ, ਹੱਡੀਆਂ ਨੂੰ ਤਾਕਤ ਦਿੰਦੀ ਹੈ। ਸਾਡੇ ਸਰੀਰ ਨੂੰ ਭਗਵਾਨ ਵਿਸ਼ਨੂੰ ਜੀ ਉੱਥੇ ਨਿਵਾਸ ਕਰਦੇ ਆ, ਉਹ ਸਾਡੇ ਸਰੀਰ ਦੀ ਪਾਲਣਾ ਕਰ ਰਹੇ ਹੈਗੇ। ਚੌਥਾ ਤੱਤ ਹੈਗਾ ਹਵਾ ਦਾ। ਹਵਾ ਦਾ ਸੇਵਾ ਦਾ ਤੱਤ ਹੈ, ਸਾਡੇ ਹਿਰਦੇ ਦੇ ਵਿੱਚ ਨਿਵਾਸ ਹੈ। ਭਗਵਾਨ ਸ਼ਿਵ ਸਾਡੇ ਸਾਸਾਂ ਨੂੰ ਕੰਟਰੋਲ ਕਰ ਰਹੇ ਨੇਗੇ। ਪੰਜਵਾਂ ਤੱਤ ਹੈ ਆਕਾਸ਼। ਆਕਾਸ਼ ਦਾ ਤੱਤ ਹੈਗਾ ਸਾਡੀ ਬੁੱਧੀ। ਇਹ ਸਾਡੇ ਕੰਠ ਦੇ ਵਿੱਚ ਆਪਾਂ ਅਸ਼ਟਭੁਜੀ ਕਹਿ ਦਿੰਦੇ ਹਾਂ, ਦੁਰਗਾ ਕਹਿ ਦਿੰਦੇ ਹਾਂ, ਆਦਿ ਸ਼ਕਤੀ ਕਹਿ ਦਿੰਦੇ ਹਾਂ, ਜਗਤ ਜਨਨੀ ਕਹਿ ਦਿੰਦੇ ਹਾਂ। ਇਹ ਸਾਡੇ ਕੰਠ ਦੇ ਵਿੱਚ ਬਿਰਾਜਮਾਨ ਹੈ। ਉੱਥੇ ਸਾਨੂੰ ਬੁੱਧੀ ਦਾ ਤੱਤ ਬਖਸ਼ ਰਹੀ ਹੈਗੀ। ਸੋ ਕਹਿਣ ਦਾ ਮਤਲਬ ਵੀ ਭਗਤ ਪੀਪਾ ਜੀ ਨੇ ਲਿਖਿਆ ਹੈਗਾ, ਗੁਰੂ ਗ੍ਰੰਥ ਸਾਹਿਬ 'ਚ ਬਾਣੀ ਉਹਨਾਂ ਦੀ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ। ਜੋ ਕੁਛ ਬ੍ਰਹਮੰਡ ਦੇ ਵਿੱਚ ਆਕਾਸ਼, ਪਤਾਲ, ਦੀਪ, ਲੋ ਜਿੰਨੇ ਵੀ ਕੁਛ ਹੈਗੇ ਉਹ ਸਾਰੇ ਸਾਡੇ ਸਰੀਰ ਦੇ ਵਿੱਚ ਨੇਗੇ। ਹੁਣ ਬਰਮਾ ਜੀ ਵਿੱਚ ਹੀ ਆ ਗਏ, ਭਗਵਾਨ ਵਿਸ਼ਨੂੰ ਵੀ ਆ ਗਏ, ਸ਼ਿਵ ਜੀ ਵੀ ਆ ਗਏ, ਆਦਿ ਸ਼ਕਤੀ ਵੀ ਆ ਗਈ, ਗਣੇਸ਼ ਜੀ ਵੀ ਆ ਗਏ। ਇਹਨਾਂ ਨੂੰ ਵੀ ਪ੍ਰਗਟ ਹੋਣਾ ਹੋਵੇ। ਇੱਕ ਭਗਤ ਕਬੀਰ ਜੀ ਦੀ ਲਿਖੀ ਹੈਗੀ, ਬਹੁਤ ਸੋਹਣੀ ਰਚਨਾ ਹੈਗੀ, ਕਰਨ ਇਹਨਾਂ ਦੇ ਧਾਰ ਮਹਿਲ ਮੇ ਪਿਆਰਾ ਹੈ। ਉਹ 'ਚ ਉਹਨਾਂ ਨੇ ਪੈਰ ਦੇ ਨਹੁੰ ਤੋਂ ਲਾ ਕੇ ਆਕਾਸ਼ਾ ਮੰਡਲ ਤੱਕ, ਖੰਡ ਬ੍ਰਹਿਮੰਡ ਤੱਕ ਸਾਰਾ ਬੜਾ ਸੋਹਣਾ ਵਰਣਨ ਕੀਤਾ ਹੋਇਆ ਹੈਗਾ। ਇਹ ਸਾਰਾ ਕੁਛ ਉਹਨਾਂ ਦੀ ਰਚਨਾ ਦੇ ਵਿੱਚ ਆਉਂਦਾ ਹੈਗਾ ਇਹ। ਸੋ ਅਸੀਂ ਕਈ ਵਾਰ ਬਾਹਰ ਮੁਖੀ ਹੋ ਜਾਣੇ ਆਗੇ। ਬਾਹਰ ਮੁਖੀ ਕਿ ਅਸੀਂ ਕਰਮ ਹੀ ਹੋ ਜੇ ਕਰ ਬੈਠੇ ਹਾਂ, ਜਿਹੜੇ ਸਾਡੇ ਬੋਝ ਬਣੀ ਜਾਂਦੇ ਆ, ਸਾਡਾ ਆਵਾਗਾਮ ਦਾ ਚੱਕਰ ਵਧਾਈ ਜਾਂਦੇ ਹੈਗੇ। ਜਿੰਨੇ ਅਸੀਂ ਕਰਮ ਕਰਦੇ ਹਾਂ ਉਹ ਸਾਡੇ ਇੱਕ ਬੰਧਨ ਬਣ ਜਾਂਦੇ ਹੈਗੇ। ਪਰ ਉੱਥੇ ਹੁਣ ਗੁਰੂ ਅਰਜਨ ਦੇਵ ਜੀ ਲਿਖ ਰਹੇ ਹੈਗੇ, ਅਨੇਕ ਕਰਮ ਕੇਹ ਬਹੁ ਥੈਰੇ, ਜੋ ਕੀਜੈ ਸੋ ਬੰਧਨ ਪਿਆਰੇ। ਜਿੰਨੇ ਅਸੀਂ ਅਨੇਕਾਂ ਹੀ ਕਰਮ ਕਰੀ ਜਾਂਦੇ ਹਾਂ, ਪਰ ਜਿੰਨੇ ਬਾਹਰਲੇ ਮੁਖੀ ਕਰਮ ਕਰਦੇ ਹਾਂ ਇਹ ਸਾਡੇ ਪੈਰਾਂ ਦੇ ਇੱਕ ਬੰਧਨ ਨੇਗੇ। ਕਰੋਤਾ ਬੀਜ ਬੀਜੇ ਨਹੀਂ ਜੰਮੇ, ਸਭ ਲਾਹਾ ਮੂਲ ਗਵਾਈ ਦਾ। ਕਲਯੁਗ ਮੇ ਕੀਰਤਨ ਪ੍ਰਧਾਨਾ, ਗੁਰਮੁਖ ਜਪਿਐ ਲਾਏ ਧਿਆਨਾ। ਆਪ ਤਰੇ ਸਗਲੇ ਕੋਲ ਤਾਰੇ, ਦਰਗਾਹ ਪਰਸਿਓਂ ਚਾਹੀਦਾ। ਜਿੰਨੇ ਅਸੀਂ ਪੁੰਨਦਾਨ ਕਰਦੇ ਹਾਂ ਠੀਕ ਹੈ, ਆਪਾਂ ਚਾਹੀਦਾ ਵੀ ਹੈ ਪੁੰਨਦਾਨ ਕਰਨੇ ਸਭ ਕੁਝ, ਪਰ ਇਹ ਵੀ ਸਾਡੇ ਇੱਕ ਬੰਧਨ ਕਿਵੇਂ ਬਣਦੇ ਆ? ਇਹ ਸਾਨੂੰ ਕਿ ਸਵਰਗਾਂ ਤੱਕ ਲੈ ਜਾਂਦੇ ਹੈਗੇ। ਉਹ ਸਵਰਗ ਦਾ ਜਿਹੜਾ ਟਾਈਮ ਹੈਗਾ ਉਹ ਫਾਰੇ ਸਰਟਨ ਟਾਈਮ, ਕੋਈ ਖਾਸ ਟਾਈਮ ਵਾਸਤੇ ਮੁਕਰਰ ਹੁੰਦਾ, ਉਦੋਂ ਬਾਅਦ ਫਿਰ ਅਸੀਂ ਜਨਮ ਮਰਨ ਦੇ ਚੱਕਰ 'ਚ ਫਿਰ ਪਾ ਜਾਣੇ ਆ। ਇਹ ਗੁਰੂ ਅਰਜਨ ਦੇਵ ਜੀ ਤਾਂ ਇਹ ਲਿਖਦੇ ਵੀ ਇਹ ਕਰੁੱਤਾ ਬੀਜ ਹੈ ਵੀ। ਫਿਰ ਉਹਨਾਂ ਨੇ ਗਾਹਾਂ ਗੱਲ ਵੀ ਲਿਖੀ ਸੀ ਵੀ ਕਲਯੁਗ ਮੇ ਕੀਰਤਨ ਪ੍ਰਧਾਨਾ। ਕੀਰਤਨ ਕੀ? ਪਰਮਾਤਮਾ ਦਾ ਭਜਨ ਸਿਮਰਨ। ਕਲਯੁਗ ਮੇ ਕੀਰਤਨ ਪ੍ਰਧਾਨਾ, ਗੁਰਮੁਖ ਜਪਿਐ ਲਾਏ ਧਿਆਨਾ। ਆਪ ਤਰੇ ਸਗਲੇ ਕੋਲ ਤਾਰੇ, ਦਰਗਾਹ ਪਰਸੋਂ ਚਾਹੀਦਾ। ਉਹ ਆਪ ਵੀ ਤਰ ਜਾਂਦਾ, ਆਪਣੀਆਂ ਕੁਲਾਂ ਨੂੰ ਵੀ ਧਾਰ ਕੇ ਲੈ ਜਾਂਦੇਗਾ। ਦਰਗਾਹ ਦੇ ਵਿੱਚ ਵੀ ਉਹਦੀ ਵਡਿਆਈ ਹੁੰਦੀ ਹੈ, ਇੱਜ਼ਤ ਹੁੰਦਾ, ਮਾਣ ਬਖਸ਼ਿਆ ਜਾਂਦਾ ਉਹਨੂੰ। ਇਹ ਨਹੀਂ ਵੀ ਉੱਥੇ ਕੋਈ ਉਹਨੂੰ ਧਰਮ ਦੀ ਕਚਹਿਰੀਆਂ 'ਚ ਪੈਸਾ ਹੋਣਾ ਪੈਂਦਾ, ਉੱਥੋਂ ਤਾਂ ਸਤਿਕਾਰਾ ਹੋ ਜਾਂਦਾ। ਅੱਜ ਮੈਨੂੰ ਥੋੜੀ ਜਿਹੀ ਰੌਣਕ ਦਿਸਦੀ ਹੈ, ਮੈਂ ਇੱਥੋਂ ਸ਼ੁਰੂ ਕਰ ਲੈਣਾ ਵੀ ਪਰਮਾਤਮਾ ਨਾਲੋਂ ਇਨਸਾਨ ਕਿਤੇ ਘੱਟ ਨਹੀਂ ਹੈਗਾ। ਪਰਮਾਤਮਾ ਕਿੱਥੇ ਵਸਦਾ? ਕਹਿੰਦੇ ਇਨਸਾਨ 'ਚ ਵਸਦਾ। ਇੱਥੇ ਤਾਂ ਸਾਡਾ ਅੱਜ ਬਹੁਤ ਸਾਰਾ ਸਾਧੂਆਂ ਦਾ ਮੰਡਲ ਉਤਰਿਆ ਹੋਇਆ, ਬਹੁਤ ਵੱਡੀ ਗੱਲ ਹੈ। ਸੋ ਬੇਨਤੀ ਹੈ ਵੀ ਸਾਨੂੰ ਅੱਛੇ ਕੰਮ ਕਰਨੇ ਚਾਹੀਦੇ ਨੇ। ਸਾਧੂ ਦਾ ਕਰਮ ਹੀ ਅੱਛੇ ਕੰਮ ਕਰਨਾ। ਜੇ ਉਹ ਕੋਈ ਗਲਤ ਨੀਤੀਆਂ ਲੈ ਕੇ ਚੱਲਦਾ ਹੈ, ਗਲਤ ਕਿਸੇ ਦੀ ਸਿਫਾਰਿਸ਼ ਕਰਦਾ ਹੈ ਜਾਂ ਗਲਤ ਕੰਮ ਕਰਦਾ ਹੈ, ਤਾਂ ਸਾਧੂ ਕਹਾਉਣ ਦਾ ਹੱਕਦਾਰ ਨਹੀਂ ਹੈਗਾ। ਇਸ ਲਈ ਅੱਛੇ ਕੰਮ ਕਰੋ, ਮੀਟਿੰਗਾਂ ਦੇ ਵਿੱਚ ਆਓ, ਸਿੱਖਿਆ ਲਓ, ਬੜਾ ਕੁਝ ਮਿਲਦਾ ਇੱਥੋਂ। ਸਾਡੇ ਭੇਖ ਦੇ ਵਿੱਚ ਐਸੇ ਬੁਲਾਰੇ ਨੇ ਜਿਹੜੇ ਬੜੇ ਹੀ ਅੱਛੇ ਬੁਲਾਰੇ ਨੇ। ਸੋ ਅਸੀਂ ਤਾਂ ਇਸ ਪਾਸੇ ਨਹੀਂ ਆਏ ਕਿਉਂਕਿ ਸਮਾਂ ਨਹੀਂ ਮਿਲਿਆ ਪਹਿਲਾਂ ਆਉਣ ਦਾ। ਜਿਹੜਾ ਸਿੱਖਿਆ ਦਾ ਪੱਖ ਹੁੰਦਾ ਉਹ ਬਚਪਨ ਤੋਂ ਹੁੰਦਾ। ਜਿਹੜੀਆਂ ਇਹ ਅਸੀਂ ਗਿਆਨ ਦੀਆਂ ਗੱਲਾਂ ਸਿੱਖਦੇ ਆ ਨਾ, ਜੇ ਬਚਪਨ ਤੋਂ ਚੱਲਾਂਗੇ ਤਾਂ ਸਿੱਖੀਆਂ ਜਾਂਦੀਆਂ ਨੇ।
ਹੁਣ 60 ਸਾਲ ਦੇ ਹੋ ਰਹੇ ਹਾਂ, ਅੱਜ ਕੀ ਸਿੱਖ ਕੇ ਕਰਾਂਗੇ। ਵੱਡੀ ਗੱਲ ਹੈ ਇਹ। ਥੋੜਾ ਘਣਾ ਜਿੰਨਾ ਕੁ ਮਿਲਦਾ ਹੈ ਭੋਗ ਉਹ ਆਪ ਜੀ ਦੇ ਵਿੱਚੋਂ ਪਾ ਰਹੇ ਹਾਂ। ਬਾਕੀ ਮੈਂ ਬੇਨਤੀ ਕਰੂੰਗਾ, ਮੈਂ ਤਾਂ ਇੱਕੋ ਬੇਨਤੀ ਕਰਦਾ ਹੁੰਨਾ ਕਿ ਸਾਡਾ ਪੰਜਾਬ ਦਾ ਰਜਿਸਟਰਡ ਖੜ ਦਰਸ਼ਨ, ਮੈਨੂੰ ਬਹੁਤ ਦੁੱਖ ਆਉਂਦਾ ਕਿ ਅਸੀਂ 15 20 40 ਕੁ ਬੰਦਿਆਂ ਤੱਕ ਹੋ ਕੇ ਸਿਮਟ ਜਾਂਦੇ ਹਾਂ। ਇੱਥੇ ਘੱਟੋ ਘੱਟ 500-600 ਬੰਦੇ ਦਾ ਇਕੱਠ ਹੋਣਾ ਬਹੁਤ ਜ਼ਰੂਰੀ ਸੀ। ਇਹੋ ਜਿਹੇ ਸਥਾਨ ਦੇ ਉੱਤੇ ਖੜ ਦਰਸ਼ਨ ਭੇਖ ਪੰਜਾਬ ਲੈਵਲ ਤੇ ਗਿਆ, ਕੋਈ ਇੱਕ ਤਹਿਸੀਲ ਪੱਧਰ ਤੇ ਨਹੀਂ ਹੈਗਾ। ਇਹ ਸਾਡੇ ਸਾਧੂ ਸੰਤ ਜਾਣਦੇ ਹੋਏ ਵੀ ਨਹੀਂ ਆਉਂਦੇ ਇਸ ਪਾਸੇ ਨੂੰ। ਬੜੇ ਸਾਧੂ ਬੈਠੇ ਨੇ, ਬੜਾ ਕੁਝ ਦੇਖਦੇ ਆ। ਜਿਸ ਟਾਈਮ ਤੇ ਕੋਈ ਪੱਗ ਦੀ ਰਸਮ ਹੁੰਦੀ ਆ, ਬਿਨਾਂ ਸੱਦੇ ਤੋਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਆ ਕੇ। ਇਹੀ ਹੋ ਸਕਦਾ ਕਿ ਉਹਨਾਂ ਨੂੰ 2-2 4-4 ਹਜ਼ਾਰ ਰੁਪਇਆ ਦਿੱਤਾ ਜਾਵੇ ਤਾਂ ਕਿ ਉਹ ਆ ਜਾ ਕਰਨ। ਹਾਂਜੀ, ਨਹੀਂ ਉਹ ਤਾਂ ਬਾਹਲੇ ਵੱਡੇ। ਦੇਖੋ ਇਹ ਗੱਲ ਇਸ ਤਰ੍ਹਾਂ ਹੈ ਵੀ ਕੋਈ ਕਿਸੇ ਦਾ ਸਮਾਰਨ ਨਹੀਂ ਆਉਂਦਾ, ਸਿਰਫ ਤੁਸੀਂ ਆਪ ਦਾ ਸਮਾਰਨ ਆਉਂਦੇ ਹੋ। ਜੇ ਤੁਸੀਂ ਆਉਂਦੇ ਹੋ ਸੰਸਥਾ ਦੇ ਵਿੱਚ, ਨਾ ਮੈਂ ਕਿਸੇ ਦਾ ਅੱਜ ਸਮਾਰਨ ਆਇਆ, ਨਾ ਤੁਸੀਂ ਕੱਲ ਨੂੰ ਕਿਸੇ ਦਾ ਸਮਾਰਨ ਜਾਓਗੇ। ਜੇ ਸਮਾਰਨ ਜਾਓਗੇ ਤਾਂ ਆਪ ਦਾ ਆਪ ਸਮਾਰਨ ਵਾਸਤੇ ਉੱਥੇ ਜਾਓਗੇ, ਕੁਛ ਨਾ ਕੁਛ ਸਿੱਖ ਕੇ ਆਓਗੇ, ਕੁਛ ਨਾ ਕੁਛ ਸੁਣ ਕੇ ਆਓਗੇ। ਤਾਂ ਜਿਹੜੀਆਂ ਵਿਚਾਰਾਂ ਨੇ ਸਾਧੂਆਂ ਦੀਆਂ ਉਹ ਬਹੁਤ ਵੱਡੀਆਂ ਨੇ, ਵਡਮੁੱਲੀਆਂ ਨੇ। ਆਇਆ ਕਰੋ, ਭੇਖ ਦੀ ਹਾਜ਼ਰੀ ਵਧਾਓ। ਜਿੰਨੇ ਅੱਜ ਬੈਠੇ ਨੇ ਇੰਨੇ ਸਾਰੇ ਅਗਲੀ ਮੀਟਿੰਗ ਤੇ ਪਹੁੰਚਣ। ਬਹੁਤ ਧੰਨਵਾਦ ਹੈ ਸਾਰਿਆਂ ਦਾ। ਔਰ ਹੋਰ ਨੂੰ ਨਾਲ ਲੈ ਕੇ ਆਉਣ, ਦੂਸਰਿਆਂ ਨੂੰ ਨਾਲ ਲੈ ਕੇ ਆਉਣ ਆਪਦੇ, ਤਾਂ ਵਧੀਆ ਗੱਲ ਹੈ। ਜਿੰਨਾ ਇਕੱਠ ਵਧੂਗਾ ਉਨੀ ਸਾਡੀ ਸੰਸਥਾ ਤਕੜੇ ਪਾਸੇ ਨੂੰ ਜਾਊਗੀ। ਕੋਈ ਵੀ ਸੰਸਥਾ ਜੇ ਉਹਦੇ ਨਾਲ ਉਹਦੇ ਨੁਮਾਇੰਦੇ ਜੁੜਦੇ ਨੇ ਤਾਂ ਉਹਦੀ ਬੱਲੇ ਬੱਲੇ ਹੁੰਦੀ ਹੈ, ਨਹੀਂ ਤਾਂ ਫਿਰ ਆਪ ਜਾਣਦੇ ਹੋ ਕੀ ਹੁੰਦਾ। ਇਸ ਲਈ ਧੰਨਵਾਦ ਸਾਰੀ ਸੰਗਤ ਦਾ। ਜੈ ਸ਼੍ਰੀ ਰਾਮ। ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਮਝਾਉਂਦੇ ਪਏ ਨੇ ਕਿ ਚਿੰਤਾ ਤਾਂ ਸਾਨੂੰ ਉਸ ਗੱਲ ਦੀ ਕਰਨੀ ਚਾਹੀਦੀ ਹੈ ਜਿਹੜੀ ਕੋਈ ਅਨਹੋਣੀ ਵਾਪਰ ਜਾਏ ਜਾਂ ਕੋਈ ਅਣਉਚਿਤ ਘਟਨਾ ਵਾਪਰ ਜਾਵੇ। ਸੰਸਾਰ ਉਹ ਰਸਤਾ ਹੈ ਜਿਸ ਉੱਤੇ ਜੀਵ ਆ ਕੇ ਸਦਾ ਥਿਰ ਰਹਿ ਹੀ ਨਹੀਂ ਸਕਦਾ। ਵਿਧੀ ਦੇ ਵਿਧਾਨ ਦੇ ਅਨੁਸਾਰ ਜੋ ਜੀਵ ਇਸ ਸੰਸਾਰ ਦੇ ਵਿੱਚ ਆਇਆ, ਉਹਨੂੰ ਦੇਰ ਸਵੇਰ ਅੱਗੇ ਪਿੱਛੇ ਇਸ ਸੰਸਾਰ ਤੋਂ ਜਾਣਾ ਹੀ ਪੈਂਦਾ ਹੈ। ਮਨੁੱਖ ਦਾ ਸਾਰਾ ਜੀਵਨ ਅਨੇਕ ਪ੍ਰਕਾਰ ਦੀਆਂ ਚਿੰਤਾਵਾਂ ਦੇ ਵਿੱਚ ਗ੍ਰਸਤ ਰਹਿੰਦਾ ਹੈ। ਚਿੰਤਾ ਦੇ ਕਾਰਨ ਬਦਲਦੇ ਰਹਿੰਦੇ ਹਨ, ਪਰ ਚਿੰਤਾ ਸਦਾ ਹੀ ਕਾਇਮ ਰਹਿੰਦੀ ਹੈ। ਇਸ ਤੋਂ ਕਦੇ ਛੁਟਕਾਰਾ ਨਹੀਂ ਮਿਲਦਾ। ਗੁਰੂ ਸਾਹਿਬ ਸਮਝਾ ਰਹੇ ਹਨ ਕਿ ਚਿੰਤਾ ਤਾਂ ਸਾਨੂੰ ਉਸ ਗੱਲ ਦੀ ਕਰਨੀ ਚਾਹੀਦੀ ਹੈ ਜਿਹੜੀ ਕੋਈ ਜ਼ਿੰਦਗੀ ਦੇ ਵਿੱਚ ਅਚਾਨਕ ਵਾਪਰ ਜਾਵੇ। ਸੰਸਾਰ ਦੇ ਵਿੱਚ ਕੁਝ ਵੀ ਅਕਾਰਨ ਅਤੇ ਅਣਉਚਿਤ ਨਹੀਂ ਹੁੰਦਾ। ਜੋ ਕੁਝ ਵੀ ਵਾਪਰਦਾ ਹੈ ਕਰਤਾ ਦੀ ਇੱਛਾ ਅਤੇ ਪ੍ਰਾਰਬਧ ਦੇ ਲਿਖੇ ਅਨੁਸਾਰ ਹੀ ਵਾਪਰਦਾ ਹੈ ਅਤੇ ਉਸ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਪ੍ਰਾਰਬਧ ਵੀ ਆਪਣੇ ਹੀ ਪੂਰਵਲੇ ਕਰਮਾਂ ਦਾ ਫਲ ਹੁੰਦੀ ਹੈ। ਫਿਰ ਇਸ ਦੀ ਚਿੰਤਾ ਅਤੇ ਸ਼ਿਕਾਇਤ ਕਿਉਂ ਕੀਤੀ ਜਾਵੇ? ਪ੍ਰਭੂ ਨੇ ਖੁਦ ਇਸ ਵਿਧੀ ਦੇ ਵਿਧਾਨ ਦੀ ਸਿਰਜਣਾ ਕੀਤੀ ਹੈ ਕਿ ਇਸ ਸੰਸਾਰ ਦੇ ਵਿੱਚ ਜੋ ਕੋਈ ਵੀ ਆਇਆ ਉਸ ਨੂੰ ਦੇਰ ਸਵੇਰ ਇੱਥੋਂ ਜਾਣਾ ਹੀ ਪੈਂਦਾ ਹੈ। ਇੱਥੇ ਕੋਈ ਵੀ ਅਤੇ ਕੁਝ ਵੀ ਸਥਿਰ ਨਹੀਂ ਰਹਿ ਸਕਦਾ। ਇਨਸਾਨ ਨੂੰ ਸਭ ਤੋਂ ਵੱਧ ਚਿੰਤਾ
ਆਪਣੀ ਮੌਤ ਦੀ ਲੱਗੀ ਰਹਿੰਦੀ ਹੈ। ਉਸ ਦੀ ਇਹ ਚਿੰਤਾ ਵੀ ਵਾਜਬ ਨਹੀਂ, ਜਾਂ ਤਾਂ ਉਸ ਤੋਂ ਪਹਿਲਾਂ ਕਦੇ ਕਿਸੇ ਦੀ ਮੌਤ ਹੋਈ ਹੀ ਨਾ ਹੋਵੇ ਅਤੇ ਜਾਂ ਉਸ ਤੋਂ ਬਾਅਦ ਕਦੇ ਵੀ ਕਿਸੇ ਦੀ ਮੌਤ ਨਾ ਹੋਈ ਹੋਵੇ ਤੇ ਨਾ ਹੀ ਹੋਣੀ ਹੋਵੇ। ਬਾਬਾ ਫਰੀਦ ਜੀ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਨੇ, ਫਰੀਦਾ ਕਿੱਥੇ ਤੈਡੇ ਮਾਪਿਆਂ ਜਿੰਨੀ ਤੂੰ ਜਨੇ ਹੋਏ, ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤਨ ਹੋਏ। ਪਤਨ ਹੋਏ। ਆਪ ਜੀ ਪ੍ਰਸ਼ਨ ਕਰਦੇ ਨੇ ਕਿ ਐ ਫਰੀਦ, ਤੇਰੇ ਮਾਪੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਉਹ ਅੱਜ ਕਿੱਥੇ ਹਨ? ਉਹ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਕਿ ਤੈਨੂੰ ਹਾਲੇ ਵੀ ਕਿਸੇ ਚੀਜ਼ ਦੀ ਸੋਝੀ ਨਹੀਂ ਹੋ ਰਹੀ ਕਿ ਤੂੰ ਵੀ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ। ਜਦ ਮੌਤ ਦਾ ਨਿਯਮ ਅਟੱਲ ਹੈ ਤਾਂ ਇਸ ਦੀ ਭਾਈ ਚਿੰਤਾ ਕਿਉਂ ਕੀਤੀ ਜਾਵੇ? ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਨੌਵੀਂ ਪਾਤਸ਼ਾਹੀ ਜੀ ਆਪਣੇ ਇਸ ਸ਼ਲੋਕ ਦੇ ਭਾਵ ਨੂੰ ਇਨ ਬਿਨ ਗਾਹਾਂਲੇ ਸ਼ਲੋਕ ਦੇ ਵਿੱਚ ਲੈ ਕੇ ਜਾ ਰਹੇ ਨੇ। ਆਪ ਜੀ ਫਰਮਾਉਂਦੇ ਨੇ, ਜੋ ਉਪਜਿਓ ਸੋ ਬਿਨਸ ਹੈ, ਕਿ ਸੰਸਾਰ ਦੇ ਵਿੱਚ ਵਿਧੀ ਦਾ ਵਿਧਾਨ ਜੋ ਹੈ, ਜੋ ਚੀਜ਼ ਇਸ ਸੰਸਾਰ ਦੇ ਵਿੱਚ ਪੈਦਾ ਹੋਈ ਹੈ, ਉਸ ਨੇ ਇੱਕ ਨਾ ਇੱਕ ਦਿਨ ਦੇਰ ਸਵੇਰ ਢਹਿ ਢੇਰੀ ਹੋਣਾ, ਖਤਮ ਹੋਣਾ ਆ, ਜਾਣਾ ਆ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨੌਵੀਂ ਪਾਤਸ਼ਾਹੀ ਜੀ ਫਰਮਾਉਂਦੇ ਨੇ ਕਿ ਜਿਹੜੀ ਚੀਜ਼ ਪੈਦਾ ਹੋਈ ਆ ਉਹਨੇ ਇੱਕ ਨਾ ਇੱਕ ਦਿਨ ਕਾਲ ਦਾ ਖਾਜਾ ਬਣਨਾ ਹੀ ਬਣਨਾ ਆ। ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਆਪ ਜੀ ਫਰਮਾ ਰਹੇ ਨੇ ਕਿ ਐ ਜੀਵ, ਤੈਨੂੰ 84 ਲੱਖ ਜੂਨਾਂ ਤੋਂ ਬਾਅਦ ਜਿਹੜਾ ਇਹ ਮਨੁੱਖਾ ਜਾਮਾ ਮਿਲਿਆ ਨਾ, ਇਹ ਪ੍ਰਮਾਤਮਾ ਨੇ ਖੁਦ ਆਪਣੀ ਮਿਲਾਪ ਦੇ ਲਈ ਤੈਨੂੰ ਇੱਕ ਮੌਕਾ ਦਿੱਤਾ ਆ। ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਸਾਰੇ ਝੰਜਟ, ਸਾਰੇ ਜੰਜਾਲ, ਮੈਂ ਮੇਰੀਆਂ ਐਫੜੀਆਂ, ਮੇਰੀਆਂ ਦੁਕਾਨਾਂ, ਮੇਰੇ ਖੇਤ, ਇਹ ਮੈਂ ਮੇਰੀ ਨੂੰ ਛੱਡ ਕੇ ਜੇ ਤੂੰ ਇਸ ਸੰਸਾਰ ਦੇ ਵਿੱਚੋਂ ਨਿਕਲਣਾ ਚਾਹਨਾ ਆ, ਐਵੇਂ ਹਰ ਵਾਰ ਦੀ ਤਰ੍ਹਾਂ ਜਦੋਂ ਵੀ ਤੈਨੂੰ 84 ਲੱਖ ਜੂਨਾਂ ਤੋਂ ਬਾਅਦ ਪਰਮੇਸ਼ਰ ਦੇ ਮਿਲਾਪ ਲਈ ਪਰਮੇਸ਼ਰ ਨੇ ਮੌਕਾ ਦਿੱਤਾ, ਤੂੰ ਇੱਥੇ ਮਾਇਆ ਦਾ ਸ਼ਿਕਾਰ ਹੋ ਗਿਆ। ਗੁਰੂ ਸਾਹਿਬ ਸਮਝਾਉਂਦੇ ਨੇ ਕਿ ਤੂੰ ਇਸ ਵਾਰ ਵੀ ਮਾਇਆ ਦਾ ਸ਼ਿਕਾਰ ਹੁੰਦਾ ਜਾ ਰਿਹਾ। ਇਸ ਕਰਕੇ ਜੇ ਤੂੰ ਹਰੀ ਦਾ ਗੁਣਗਾਨ ਕਵੇਂਗਾ, ਹਰੀ ਦਾ ਭਜਨ ਸਿਮਰਨ ਕਰੇਗਾ, ਤਾਂ ਉਸ ਨਿਰਾਕਾਰ ਪਰਮੇਸ਼ਰ ਪ੍ਰਭੂ ਦੇ ਪਾਸ ਚਲੇ ਜਾਵੇਂਗਾ, ਆਪਣੇ ਸੱਚਖੰਡ ਚਲਾ ਜਾਵੇਂਗਾ। ਭਾਵੇਂ ਟਾਈਮ ਸਾਡੇ ਕੋਲੇ ਥੋੜਾ ਹੁੰਦਾ ਹੈ, ਹਰੇ ਹੋਰ ਵੀ ਬੁਲਾਰੇ 2-4 ਮੈਨੂੰ ਬੈਠੇ ਦਿੰਦੇ ਨੇ, ਉਹਨਾਂ ਨੂੰ ਵੀ ਟਾਈਮ ਦੇਣਾ ਅਸੀਂ। ਜੋ ਸਾਡਾ ਪੁਰਾਤਨ ਵਿਰਸਾ ਹੈ, ਸਾਡੇ ਰਿਸ਼ੀਆਂ ਮੁਨੀਆਂ ਦਾ, ਸਾਧੂ ਸੰਤਾਂ ਦਾ, ਗੁਰੂ ਸਾਹਿਬਾਨਾਂ ਦਾ, ਉਹਨਾਂ ਦੇ ਬਚਨ, ਉਹਨਾਂ ਦੇ ਫਿਰ ਕਰ ਲਿਓ ਕਿਉਂਕਿ ਮੈਂ ਹਿੱਲ ਜਾਣਾ। ਜਿਹੜਾ ਸਬਜੈਕਟ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਮੇਰੇ ਤੋਂ ਫਿਰ ਹੋਣਾ ਨਹੀਂ। ਜੇ ਉਹ ਬੋਲਣਾ ਹੋਵੇ ਫਿਰ ਵੱਖਰੀ ਗੱਲ ਆ। ਉਹ ਪੁਰਾਤਨ ਵਿਰਸਾ ਜੇ ਕੋਈ ਸਾਂਭ ਸਕਦਾ ਹੈ ਤਾਂ ਸਾਧੂਆਂ ਦੀ ਜਮਾਤਾਂ, ਇਕੱਠ ਤਾਂ ਭਾਵੇਂ ਥੋੜਾ ਹੋਵੇ ਬਾਹਲਾ ਹੋਵੇ, ਕਿਉਂਕਿ ਬਾਹਲੀਆਂ ਭੀੜਾਂ ਨੂੰ ਸੰਗਤ ਨਹੀਂ ਕਹਿੰਦੇ, ਔਰ ਬਾਹਲੀਆਂ ਭੀੜਾਂ ਦੇ ਵਿੱਚ ਕੋਈ ਜ਼ਰੂਰੀ ਨਹੀਂ ਵੀ ਚੰਗੇ ਲੋਕ ਹੋਣ। ਕਬੀਰ ਜੀ ਨੂੰ ਪੁੱਛਿਆ ਗਿਆ ਸੀ ਵੀ ਮੇਲਾ ਦੇਖਣ, ਕਹਿੰਦੇ ਧੱਕੇ ਨਾਲ ਲੈ ਗਏ। ਘਰੇ ਆ ਕਹਿੰਦੇ ਕੀ ਦੇਖਿਆ? ਕਹਿੰਦੇ ਕੁਛ ਵੀ ਨਹੀਂ, ਉਜਾੜ ਸੀਗਾ। ਮਹਾਰਾਜ ਇੰਨਾ ਕੱਟ ਸੀ ਉੱਥੇ ਦਾ ਬਹੁਤ ਹੀ ਹੈ, ਢੋਲ ਢਮੱਕੇ ਸੀ, ਬਾਜੇ ਵੱਜਦੇ ਸੀ। ਕਹਿੰਦੇ ਨਹੀਂ,
ਇੱਕ ਸਾਧੂ ਵਾਸਤੇ ਜਿੱਥੇ ਪਰਮਾਤਮਾ ਦੀ ਕੀਰਤੀ ਨਹੀਂ ਹੁੰਦੀ, ਪਰਮਾਤਮਾ ਦਾ ਨਾਮ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ, ਜਿੱਥੇ ਪਰਮਾਤਮਾ ਦੀ ਗੱਲ ਹੋਵੇ। ਹੁਣ ਮੇਰੇ 3 ਬੁਲਾਰੇ ਬੋਲ ਕੇ ਗਏ ਨੇ, ਮੇਰਾ ਮਨ ਖੁਸ਼ ਹੈ, ਜਾਣੀ ਮੈਨੂੰ ਸੰਤੁਸ਼ਟੀ ਹੈਗੀ ਹੈ ਵੀ ਜਿਹੜੀ ਗੱਲ ਵੱਲ ਅਸੀਂ ਜਾਣਾ ਚਾਹੁੰਦੇ ਹਾਂ ਉਸ ਗੱਲ ਵੱਲ ਜਦ ਸੋਚਣਾ ਸ਼ੁਰੂ ਕਰ ਦਈਏ ਤਾਂ ਮਨ ਐਸੀ ਤਾਕਤ ਹੈ ਵੀ ਉਹ ਗੱਲਾਂ ਉੱਧਰ ਨੂੰ ਪ੍ਰੇਰਨਾ ਹੋਈ ਜਾਂਦੀ ਹੈ, ਬੰਦਾ ਬੋਲੀ ਜਾਂਦਾ। ਬਾਕੀ ਦੂਸਰੀ ਗੱਲ ਸੰਤ ਕਹਿ ਗਏ ਨੇ ਵੀ 60 ਸਾਲ ਦੀ ਗੁਰੂ ਅਮਰਦਾਸ ਮਹਾਰਾਜ ਜੀ 72 ਸਾਲ ਦੀ ਉਮਰ ਸੀ ਜਦੋਂ ਉਹ ਚੇਲੇ ਆ ਕੇ ਸਿੱਖ ਬਣੇ ਨੇ ਦੂਜੇ ਪਾਤਸ਼ਾਹ ਦੇ, ਤੇ 96 ਸਾਲ ਦੀ 84 ਸਾਲ ਦੀ ਉਮਰ 'ਚ ਗੁਰੂ ਪਾਤੇ ਆਏ ਨੇ। 96 ਸਾਲ ਦੀ ਉਮਰ 'ਚ ਉਹਨਾਂ ਨੇ ਸਰੀਰ ਦਾ ਪਰਿਤਿਆਗ ਕੀਤਾ। ਇਹ ਨਹੀਂ ਕੋਈ ਜ਼ਰੂਰੀ ਬਈ, ਹਾਂ ਇੱਕ ਗੱਲ ਹੈ ਵੀ ਜੋ ਤੁਰੀ ਅਵਸਥਾ ਹੈ ਭਵ ਸਾਗਰ ਕੇ ਤਰਨ ਅਵਸਥਾ ਆਏ, ਉਹਦੇ 'ਚ ਸ਼ਕਤੀ ਹੁੰਦੀ ਹੈ, ਜ਼ੋਰ ਹੁੰਦਾ, ਦਿਮਾਗ ਕੰਮ ਕਰਦਾ। ਸੋ ਗੱਲ ਉੱਥੇ ਲਿਆਈਏ ਵੀ ਜੋ ਸਾਡੇ ਮਹਾਪੁਰਸ਼ਾਂ ਦਾ ਜੋ ਵਿਰਸਾ ਹੈ, ਸਾਡੇ ਰਿਸ਼ੀਆਂ ਮੁਨੀਆਂ ਦਾ, ਉਸ ਨੂੰ ਅਸੀਂ ਯਾਦ ਕਰ ਰਹੇ ਹਾਂ। ਹੁਣ ਜੇ ਤੁਸੀਂ ਕਹੋ ਬਈ ਬਹੁਤ ਪ੍ਰਚਾਰ ਹੋ ਰਿਹਾ ਹੈ, ਧਰਮ ਦਾ ਪ੍ਰਚਾਰ ਹੋ ਰਿਹਾ ਹੈ, ਵੱਡੇ ਵੱਡੇ ਸਾਧੂ ਸੰਮੇਲਨ ਹੋ ਰਹੇ ਨੇ, ਉਹ ਗੱਲ ਅਸੀਂ ਉਹ ਤੋਂ ਦੂਰ ਜਾ ਰਹੀ ਹੈ, ਕਾਫੀ ਹੱਦ ਤੱਕ ਦੂਰ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਜਾਂ ਹੋਰ ਸਾਧੂ ਸਮਾਜ ਵੱਡੇ ਵੱਡੇ ਕਰ ਰਹੇ ਨੇ, ਉਹ ਗੱਲ ਦਾ ਨਜ਼ਾਰਾ ਨਹੀਂ ਆ ਰਿਹਾ। ਤਤਵੇਤੇ ਸਾਧੂ ਜਨ ਜੋ ਗੱਲ ਨੂੰ ਸੰਭਾਲ ਲੈਂਦੇ ਨੇ, ਜਿਹੜੇ ਕੱਟੜਵਾਦੀ ਲੋਕ ਹੁੰਦੇ ਨੇ, ਕਿਸੇ ਫਿਰਕੇ ਦੇ ਹੋਣ, ਕਿਸੇ ਧਰਮ ਦੇ ਹੋਣ, ਕਿਸੇ ਸੰਪਰਦਾ ਦੇ ਹੋਣ, ਜਿਨ੍ਹਾਂ ਦੇ ਗੱਲ ਥੱਲੇ ਉਤਰਦੀ ਹੋਣੀ ਸੰਗ ਤੋਂ, ਉਹ ਬੜਾ ਨੁਕਸਾਨ ਕਰਦੇ ਨੇ। ਮੇਰੇ ਇੱਕ ਗੱਲ ਯਾਦ ਆਉਂਦੀ ਹੈ, ਮਹਿਮੂਦ ਗਜ਼ਨੀ ਤੋਂ ਆਇਆ ਸੀਗਾ, ਉਹਦਾ ਨਾਂ ਤਾਂ ਕੁਝ ਹੋਰ ਸੀਗਾ, ਪਰ ਉਹਨੂੰ ਮਹਿਮੂਦ, ਛੋਟਾ ਨਾਂ ਮਹਿਮੂਦ ਗਜ਼ਨਵੀ ਕਰਕੇ ਜਾਣਦੇ। ਦੁਰਾਨੀ ਕੁਝ ਹੋਰ ਸੀਗਾ ਉਹਦਾ ਨਾਂ, ਕੋਈ ਗੱਲ ਨਹੀਂ। ਚਲੋ ਉਹ ਟੈਕਸਲਾ ਯੂਨੀਵਰਸਿਟੀ ਸੀ, ਮਹਾਰਾਜ ਜੀ ਜਾਣਦੇ ਨੇ, ਤੁਸੀਂ ਵੀ ਜਾਣਦੇ ਹੋਵੋਗੇ। ਉਹਦੇ ਵਿੱਚ ਦੁਨੀਆ ਭਰ ਦੀਆਂ ਕਿਤਾਬਾਂ ਪਈਆਂ ਸੀਗੀਆਂ, ਗ੍ਰੰਥ ਪਏ ਸੀਗੇ। 20 ਫੁੱਟ ਤੋਂ ਲੈ ਕੇ 35 ਫੁੱਟ ਤੱਕ ਉੱਚੀਆਂ ਉਹ ਬਣੀਆਂ ਹੁੰਦੀਆਂ ਸੀਗੀਆਂ, ਉਹ ਰੈਕ ਬਣੇ ਹੋਏ ਸੀ, ਬੜੇ ਉਹਦੇ ਲਾਈਆਂ ਹੋਈਆਂ ਸੀਗੀਆਂ ਪੋਥੀਆਂ, ਬਹੁਤ ਲਿਟਰੇਚਰ। ਉਹ ਆਇਆ, ਕਹਿੰਦੇ ਕੀ ਹੈ? ਕਿਤਾਬਾਂ ਨੇ। ਕਹਿੰਦੇ ਕੁਰਾਨ ਸ਼ਰੀਫ ਹੈ ਇਹਦੇ ਵਿੱਚ? ਕਹਿੰਦੇ ਨਹੀਂ ਜੀ, ਕੁਰਾਨ ਸ਼ਰੀਫ ਤਾਂ ਹੈ ਨਹੀਂ। ਕਹਿੰਦੇ ਲਾ ਦਿਓ ਇਹਨੂੰ ਅੱਗ। ਸਾਰੀ ਲਾਇਬ੍ਰੇਰੀ ਲਟਾਲਟ ਕਰਕੇ ਮੱਚ ਗਈ। ਉਸ ਮੌਕੇ ਦਹਿਸ਼ਤ ਪੈ ਗਈ ਵੀ ਲਾਇਬ੍ਰੇਰੀਆਂ ਦੇ ਵਿੱਚ, ਪੁਸਤਕਾਲਿਆਂ ਦੇ ਵਿੱਚ ਕੁਰਾਨ ਸ਼ਰੀਫ ਨੂੰ ਰੱਖਣਾ ਸ਼ੁਰੂ ਕਰਤਾ। ਮਥੁਰਾ 'ਚ ਗਿਆ, ਮਥੁਰਾ ਜਾ ਕੇ ਕਹਿੰਦਾ ਵੀ ਬੜੀ ਸੋਹਣੀ ਲਾਇਬ੍ਰੇਰੀ ਹੈ ਇੱਥੇ, ਕੁਰਾਨ ਸ਼ਰੀਫ। ਕਹਿੰਦੇ ਹਾਂ ਜੀ, ਬਹੁਤ ਸੰਭਾਲ ਕੇ ਰੱਖਿਆ ਹੈ, ਬੜੇ ਅਦਬ ਨਾਲ ਰੱਖਿਆ ਹੈ। ਕਹਿੰਦਾ ਐ ਕਰੋ, ਕੁਰਾਨ ਸ਼ਰੀਫ ਛੱਡ ਕੇ ਬਾਕੀਆਂ ਨੂੰ ਅੱਗ ਲਾ ਦਿਓ। ਸੋ ਆਹ ਹਾਲਾਤ ਸੀ। ਜਿਹੜੇ ਵੇਦਾਂ ਦੀ ਗੱਲ ਤੁਸੀਂ ਕਰਦੇ ਹੋ, ਸੀਨਾ ਬਸੀਨਾ ਐਡੇ ਜ਼ਬਰਦਸਤ ਉਹਨਾਂ ਦੇ ਦਿਮਾਗ ਸੀ ਸਾਡੇ ਰਿਸ਼ੀਆਂ ਮੁਨੀਆਂ ਦੇ, ਉਹ ਸੀਨਾ ਬਸੀਨਾ ਚੱਲਦੀ ਰਹੀ ਗੱਲ। ਸੋ ਬਹੁਤ ਪਿੱਛੋਂ ਜਿਉਂ ਆ ਕੇ ਉਹਨਾਂ ਨੇ ਉਹਨੂੰ ਰਿਟਰਨ 'ਚ ਗੱਲ ਲਈ। ਹੁਣ ਜੋ ਸਾਡੀ ਗੱਲ ਹੈ, ਕਬੀਰ ਜੀ ਕਹਿੰਦੇ ਨੇ, ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਸਾਨੂੰ ਗੱਲ ਵਿਚਾਰਨੀ ਨਹੀਂ ਆਉਂਦੀ। ਹੁਣ ਧੰਨਵਾਦ ਇਹ ਹੈ ਮਹਾਰਾਜ ਜੀ ਦਾ, ਵਿਚਾਰ ਸਾਗਰ ਗ੍ਰੰਥ, ਸ਼੍ਰੀ ਵਿਚਾਰ ਸਾਗਰ ਗ੍ਰੰਥ ਸਾਹਿਬ ਜੀ, ਪਤਾ ਨਹੀਂ ਸੀ ਹੁੰਦਾ ਮੈਨੂੰ ਵੀ ਨਹੀਂ ਸੀ ਪਤਾ, ਸੁਣਦੇ ਹੁੰਦੇ ਸੀ ਕਿਤੇ ਕਿਤੇ ਸਤਸੰਗ ਦੇ ਵਿੱਚ। ਤੁਹਾਡੇ ਚੋਂ ਕਿਸੇ ਨੂੰ ਪਤਾ ਹੋਵੇ, ਜਿੰਨੇ ਮੈਨੂੰ, ਮੇਰਾ ਖਿਆਲ ਆ ਵੀ ਚਲੋ ਬਾਹਲੀ ਆਪਦੀ ਗੱਲ ਨਹੀਂ ਕਰਨੀ ਚਾਹੀਦੀ ਵਿੱਚ, ਕਾਫੀ ਚਿਰ ਹੋ ਗਏ ਸੀ ਇਸ ਤੁਹਾਡੇ ਵਾਲੇ ਪਾਸੇ ਪਏ ਨੂੰ, 30 ਸਾਲ ਹੋ ਗਏ ਹੋਣਗੇ।
ਹੁਣ ਜਿਹੜੀ ਹੈ ਨਾ ਉਹ ਗੱਲ, ਜਿੰਨਾ ਚਿਰ ਵਿਚਾਰ ਸਾਗਰ ਗ੍ਰੰਥ ਪੜਨ ਵਾਲਾ ਜਿਹੜਾ ਹੈ ਉਹਨੂੰ ਬਾਕੀ ਗ੍ਰੰਥਾਂ ਦਾ ਬਹੁਤ ਜ਼ਿਆਦਾ ਬੋਧ ਹੋ ਜਾਂਦਾ, ਨਹੀਂ ਤਾਂ ਪੜ ਪੜ ਗੱਡੀ ਲੱਦੀ ਹੈ, ਪੜ ਪੜ ਪਰੀਆ ਖਾਤ, ਪੜ ਪੜ ਬੇੜੀ ਪਾਈ ਹੈ। ਜਿੰਨੇ ਮਰਜ਼ੀ ਪੜ੍ਹੀ ਜਾਓ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਨਾਨਕ ਲੇਖੇ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਜਿੰਨਾ ਚਿਰ ਉਸ ਪ੍ਰਮਾਤਮ ਨਾਉ ਦੀ ਵਿਚਾਰ ਨਹੀਂ ਅਸੀਂ ਸਮਝ ਨਹੀਂ ਆਉਂਦੀ ਉਸ ਗੱਲ ਦੀ, ਉਹ ਗੱਲ ਚੱਲਣੀ ਨਹੀਂ, ਗਾਹਾਂ ਨੂੰ ਨਾ ਚੱਲੇ। ਗੀਤਾ ਦੇ ਇਹਨੂੰ ਕਹਿੰਦਾ ਨਿਰਦੇਸ਼ ਗੁਰੂ ਮੰਗਲ। ਇਹ ਉਹ ਚੀਜ਼ ਹੈ, ਇਹਨੇ ਸ਼ਲੋਕ ਵਿੱਚ ਐਡੀ ਵੱਡੀ ਚੀਜ਼ ਹੈ ਜਿਹਦਾ ਕੋਈ ਕਹਿਣ ਦਾ ਹਿਸਾਬ ਨਹੀਂ। ਇਹ ਸ਼ਲੋਕ ਕਹਿੰਦਾ ਹੈ, ਜੋ ਸੁਖ ਨਿਤ ਪ੍ਰਕਾਸ਼ ਵਿਭੂ ਨਾਮ ਰੂਪ ਆਧਾਰ ਮਤੀ ਨਾ ਲਖੈ, ਜਹ ਮਤੀ ਲਖੈ ਸੋ ਮੈਂ ਸੁਧ ਅਪਾਰ। ਮੇਰਾ ਜਿਹੜਾ ਵਾਸਤਵਿਕ ਸਰੂਪ ਹੈ ਉਹ ਪਾਰਾਵਾਰ ਤੋਂ ਰਹਿਤ ਹੈ, ਜਿਹਦੇ ਤੱਕ ਮੈਂ ਪਹੁੰਚਣਾ ਹੈ ਵਿਚਾਰ ਸਾਗਰ ਦੁਆਰਾ ਪਹੁੰਚਣਾ ਹੈ, ਗੁਰੂਆਂ ਦੁਆਰਾ ਪਹੁੰਚਣਾ ਹੈ, ਮਹਾਪੁਰਸ਼ਾਂ ਦੁਆਰਾ ਪਹੁੰਚਣਾ ਹੈ। ਆਦਰਣੀय ਭੇਖ ਭਗਵਾਨ ਪਹਿਲਾ ਸ਼ਲੋਕ ਹੈ, ਪਹਿਲੇ ਸ਼ਬਦ ਨੇ ਜੋ ਸੁਖ। ਸੁਖ ਜਿਹੜਾ ਹੈ ਸੰਸਾਰ ਦੇ 10 ਕਿਸਮ ਦਾ ਮੰਨਿਆ ਹੈ, ਪਰ ਸੁਖ ਜਿਹੜਾ ਮੁੱਖ ਸੁਖ ਹੈ, ਜਿਹਨੂੰ ਅਸੀਂ ਮੁੱਖ ਸੁਖ ਕਹਿੰਦੇ, ਇੱਕ ਗਾਉਣ ਔਰ ਮੁੱਖ, ਦੋ ਪ੍ਰਕਾਰ ਦੇ ਸੁਖ ਮੰਨੇ ਨੇ। ਜੋ ਸੁਖ ਨਿਤ ਪ੍ਰਕਾਸ਼ ਵਿਭੂ, ਜੋ ਨਿਤ ਸੁਖ ਹੈ, ਜਿਹੜਾ ਥਾ ਵੀ ਪਹਿਲਾਂ ਹੈ ਵੀ ਹੁਣ ਫੇਰ ਵੀ ਹੋਗਾ। ਤਿੰਨਾਂ ਕਾਲਾਂ ਵਿੱਚ ਸਥਾਈ ਰੂਪ ਸੇ ਜਿਹੜਾ ਸੁਖ ਹੈ ਉਹਨੂੰ ਨਿਤ ਸੁਖ ਕਹਿੰਦੇ ਹਾਂ ਅਸੀਂ। ਗਾਉਣ ਸੁਖ ਕੀ ਹੈ? ਇਸ ਤੋਂ ਬਿਨਾਂ ਬਾਕੀ ਜਿੰਨੇ ਸੁਖ ਨੇ ਸਭ ਗਾਉਣ ਨੇ। ਇਸਤਰੀ ਸੁਖ ਹੈ, ਪੁੱਤਰ ਸੁਖ ਹੈ, ਧਨ ਸੁਖ ਹੈ, ਲੈਣ ਦੇਣ ਸੁਖ ਹੈ, ਸੌਣਾ ਸੁਖ ਹੈ, ਜਾਗਣਾ ਸੁਖ ਹੈ। ਜਿੰਨੇ ਵੀ ਸੰਸਾਰ ਸੁਖ ਨੇ ਇਹ ਸੰਬੰਧਿਤ ਸੁਖ ਨੇ। ਜਿਹੜਾ ਵਾਸਤਵ ਸੁਖ ਹੈ ਉਹ ਸੁਤੰਤਰ ਸੁਖ ਹੈ, ਔਰ ਬਾਕੀ ਜਿੰਨੇ ਸੁਖ ਨੇ ਚਾਹੇ ਵਿਸ਼ੇ ਸੁਖ ਨੇ, ਸੁਖ ਉਹ ਵੀ ਉਸੇ ਦੇ ਹੀ ਨੇ, ਉਸੇ ਸਰੂਪ ਦੇ ਨੇ, ਪਰ ਉਹ ਵਿਸ਼ਿਆਂ ਚੋਂ ਨਿਕਲਦੇ ਨੇ। ਅਸੀਂ ਉਹਨੂੰ ਵਿਸ਼ਿਆਂ ਚੋਂ ਨਿਕਲਦਾ ਕਰਕੇ ਮੰਨ ਕੇ ਦੂਸਰਾ ਸੁਖ ਮੰਨਦੇ ਹਾਂ। ਹੈ ਉਹ ਉਹੀ ਸੁਖ, ਹੈ ਉਹੀ ਪ੍ਰਕਾਸ਼ ਰੂਪ, ਉਹ ਸਤਰੂਪ ਹੈ, ਚਿੱਤ ਰੂਪ, ਆਨੰਦ ਰੂਪ। 3 ਪ੍ਰਕਾਰ ਦਾ ਵਿਸ਼ੇਸ਼ਣ ਦੱਸਿਆ ਵੀ ਪ੍ਰਮਾਤਮਾ ਕਿਹੋ ਜਿਹਾ ਸੁਖ ਹੈ। ਉਹ ਨਿਤ ਹਮੇਸ਼ਾ ਰਹਿਣ ਵਾਲਾ ਹੈ, ਪ੍ਰਕਾਸ਼ ਰੂਪ ਹੈ, ਵਿਭੂ ਰੂਪ, ਵਿਆਪਕ ਰੂਪ ਹੈ। ਉਹ ਜਿਹੜਾ ਸੁਖ ਹੈ ਨਾ ਉਹ ਤੇਰਾ ਸਰੂਪ ਹੈ, ਤੂੰ ਹੈ ਉਹ, ਤੂੰ ਜਾਣ, ਆਪਦੇ ਆਪ ਨੂੰ ਜਾਣ। ਨਾਨਕ ਜੇ ਕੋਈ ਆਪੋ ਜਾਣਾ ਹੈ ਅੱਗੇ ਗਿਆ ਨਾ ਸੋ ਹੈ। ਜਿਹਨੇ ਆਪਦੇ ਆਪ ਨੂੰ ਜਾਣ ਲਿਆ, ਸਮਝ ਲਿਆ, ਉਹ ਕਿਸੇ ਦਰਗਾਹ ਦਾ ਮਾਲਕ ਨਹੀਂ, ਫਿਰ ਕਿਸੇ ਹੋਰ ਤੱਕ ਜਾਣ ਵਾਲੀ ਚੀਜ਼ ਨਹੀਂ ਰਹਿੰਦੀ। ਉਹ ਤਾਂ ਪ੍ਰਮਾਤਮਾ ਬਣ ਚੁੱਕਿਆ। ਫਿਰ ਜੋ ਸੁਖ ਨਿਤ ਪ੍ਰਕਾਸ਼ ਵਿਭੂ ਨਾਮ ਰੂਪ ਆਧਾਰ ਮਤੀ ਨਾ ਲਖੈ, ਤਹਿ ਮਤੀ ਲਖੈ ਸੋ ਮੈਂ ਸੁਧ ਅਪਾਰ। ਜਦ ਇਸ ਬਾਤ ਨੂੰ ਜਾਣ ਲਿਆ, ਸੰਸਾਰ ਨੂੰ ਸਮਾਰ ਕੇ ਸਮਝ ਲਿਆ, ਫਿਰ 5 ਪ੍ਰਕਾਰ ਦੇ ਭੇਦ ਨੇ। ਤੁਹਾਡੇ ਭੇਦ ਮੁੱਕ ਜਾਣਗੇ। ਉਹ ਕਿਹੜੇ ਭੇਦ ਨੇ? ਪਰਮਾਤਮਾ ਹੋਰ ਚੀਜ਼ ਹੈ, ਜੀਵ ਹੋਰ ਚੀਜ਼ ਹੈ। ਪਰਮਾਤਮਾ ਹੋਰ ਚੀਜ਼ ਹੈ, ਜੜ ਹੋਰ ਚੀਜ਼ ਹੈ। ਫਿਰ ਜਿਹੜੇ ਬੰਦੇ ਨੇ ਅਣਗ ਭੇਦ ਹੈ, ਇੰਨੇ ਹੋਏ ਬੈਠੇ ਨੇ, ਜਿਹਦਾ ਹਿਸਾਬ ਕੋਈ ਕਣਕ ਦਾ ਦਾਣਾ ਬੋਹਣ ਲੱਗੇ ਪਏ ਨੇ। ਅਲੱਗ ਅਲੱਗ ਦੇ ਅਲੱਗ ਅਲੱਗ ਕਿਉਂ ਨੇ? ਇਹ ਅਲੱਗ ਅਲੱਗ ਦੇ ਹਣੇ ਵੀ ਭੁੱਲ ਹੈ। ਜੀਵ ਅਲੱਗ ਅਲੱਗ ਦੇ ਇਹ ਵੀ ਨਹੀਂ, ਹਣੇ ਵੀ ਭੁੱਲ ਹੈ। ਜੀਵ ਈਸ਼ਵਰ ਦਾ ਭੇਦ ਨਹੀਂ, ਇਹ ਵੀ ਭੁੱਲ ਹੈ, ਅਗਿਆਨ ਹੈ। ਸਾਰੀ ਚੀਜ਼ ਇੱਕ ਹੈ। ਕਿਸ ਤਰ੍ਹਾਂ? ਜੋ ਚੀਜ਼ ਤੇਰੇ ਅੰਦਰ ਵਾਪਰਦੀ ਹੈ, ਸ਼ਲੋਕ ਬੋਲ ਕੇ ਇਹਨਾਂ ਨੇ ਮਹਾਪੁਰਸ਼ਾਂ ਨੂੰ ਵੀ ਦੱਸਿਆ, ਪਹਿਲਾਂ ਹੀ ਬੋਲਿਆ ਗਿਆ, ਜੋ ਬ੍ਰਹਮੰਡਾ ਸੋਈ ਪਿੰਡਾ, ਜੋ ਖੋਜਾ ਸੋ ਪਾਵੈ। ਤੈਨੂੰ ਸੰਸਾਰ ਜੋ ਕੋ ਦੀਦੇ ਬਾਹਰ ਦੀਦੇ, ਬਹੁਤ ਭੋਰਾ ਵੀ ਨਹੀਂ ਹੈ। ਬਾਹਰ ਸ਼ੀਸ਼ਾ ਹੈ, ਤੂੰ ਦੀਦਾ ਉਹਦੇ ਚ, ਹੈ ਹੀ ਨਹੀਂ ਬਾਹਰ ਕੁਛ।
ਜੋ ਕੁਛ ਹੈ ਬ੍ਰਹਮੰਡ ਤੇਰੇ ਅੰਦਰ ਹੈ, ਸਾਰਾ ਬ੍ਰਹਮੰਡ ਤੇਰੇ ਅੰਦਰ ਵਸਦਾ ਹੈ। ਇਹ ਇੱਕ ਪਿਕਚਰ ਹੈ ਜਿਹੜੀ ਤੈਨੂੰ ਬਾਹਰ ਦਿਸ ਰਹੀ ਹੈ ਤੇਰੇ ਅੰਦਰ ਹੀ ਸਾਰਾ ਕੁਝ। ਕਿਵੇਂ? ਤੂੰ ਮਾਂ-ਬਾਪ ਦੇ ਸੰਜੋਗ 'ਚ ਆਇਆ, ਤੈਨੂੰ ਸਾਰੇ ਸੰਸਾਰ ਦਾ ਸੰਜੋਗ ਦਿਖਦਾ ਹੈ। ਤੂੰ 10ਵੀਂ 'ਚ ਬੱਚਾ ਬਣਿਆ, ਤੈਨੂੰ ਸਾਰੇ ਵਿਸ਼ਵ ਦੇ ਬੱਚੇ ਦਿਖਦੇ ਨੇ ਬਣਦੇ। ਤੂੰ ਬਾਹਰ ਬਾਲਕ ਬਣ ਗਿਆ, ਤੇਰੇ ਨਾਲ ਬਾਲਕ ਬਣਨ ਦੀ ਘਟਨਾ ਹੋਈ, ਤੈਨੂੰ ਸਾਰੇ ਸੰਸਾਰ ਦੀ ਘਟਨਾ ਦਾ ਬਾਲਕ ਬਾਹਰ ਦੇ ਪਤਾ ਹੈ, ਜਾਣਦੇ ਦੀਦੀ ਹੈ। ਤੂੰ ਜਵਾਨ ਬਣ ਕੇ ਤੁਰਨ ਲੱਗ ਗਿਆ, ਬੱਚਾ ਬਣ ਕੇ ਤੁਰਨ ਫਿਰਨ ਲੱਗ ਗਿਆ, ਸਾਰਾ ਵਿਸ਼ਵ ਤੈਨੂੰ ਉਹ ਜਿਹਾ ਨਜ਼ਰ ਆਉਣ ਲੱਗ ਗਿਆ। ਜਿਹਾ ਜਿਹਾ ਤੂੰ ਬੁਢੇਪੇ ਤੱਕ ਹੋ ਗਿਆ, ਤੈਨੂੰ ਵਿਸ਼ਵ ਉਹ ਜਿਹੀ ਨਜ਼ਰ ਆਉਣ ਲੱਗ ਗਿਆ। ਬਾਹਰ ਹੈ ਹੀ ਕੁਛ ਨਹੀਂ, ਇੱਕ ਭੋਰਾ ਵੀ ਨਹੀਂ ਬਾਹਰ ਕੁਛ ਹੈ। ਜੋ ਕੁਛ ਹੈ ਅੰਦਰਲਾ ਬਾਹਰ ਦਿਸਦਾ ਹੈ। ਕਿਵੇਂ ਦਿਸਦਾ ਹੈ? ਬਾਹਰ ਕੀ ਹੈ? ਦ੍ਰਿਸ਼ ਹੈ। ਅੰਦਰ ਕੀ ਹੈ? ਦ੍ਰਿਸ਼ਟ ਹੈ। ਦ੍ਰਿਸ਼ ਜਿਹੜਾ ਹੈ ਉਹ ਦ੍ਰਿਸ਼ ਨਹੀਂ ਬਣਦਾ, ਦ੍ਰਿਸ਼ਟਾ ਨਹੀਂ ਬਣਦਾ ਹੁੰਦਾ। ਜਿਹੜਾ ਦ੍ਰਿਸ਼ਟ ਹੈ ਉਹ ਦ੍ਰਿਸ਼ ਹੈ, ਮਤਲਬ ਉਲਟ ਬਾਤ ਹੈ ਇਹ। ਇਸ ਤੋਂ ਅਗਲਾ ਸ਼ਲੋਕ ਹੋਊਗਾ, ਜੋ ਸੁਖ ਨਿਤ ਪ੍ਰਕਾਸ਼ ਵਿਭੂ ਨਾਮ ਰੂਪ ਉਧਾਰ ਮਤੀ ਨਾ ਲਖੈ ਜੈ ਮਤੀ ਲਖੈ ਸੋ ਮਚੁ ਦੁਰਨਾਮ। ਮੇਰੀ ਜਿਹੜੀ ਮਤੀ ਹੈ ਨਾ, ਉਸ ਪ੍ਰਮਾਤਮਾ ਤੱਕ ਨਹੀਂ ਪਹੁੰਚਦੀ। ਮਹਾਰਾਜ ਦੱਸ ਚੁੱਕੇ ਨੇ, ਉਹ ਬੁੱਧੀ ਨਹੀਂ ਜਾਣ ਸਕਦੀ ਉਹਨੂੰ। ਮਤੀ ਨਾ ਲਖੈ, ਜੋ ਮਤੀ ਲਖੈ, ਮੇਰੀ ਬੁੱਧੀ ਨੂੰ ਜਾਣਦਾ ਹੈ। ਦਰਬਾਰ ਸਾਹਿਬ ਸ਼ਬਦ ਆਉਂਦਾ ਹੈ, ਉਹ ਵੇਖਿਆ ਉਹ ਨਲ ਨਾਮ ਹੈ ਬਹੁਤਾ ਇਹੋ ਬੁਢਾਣ। ਐਸੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖੀ ਹੋਈ, ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਕਿ ਉਹ ਤਾਂ ਜਾਣਦਾ ਸੰਸਾਰ ਨੂੰ, ਪਰ ਸੰਸਾਰ ਉਹਨੂੰ ਨਹੀਂ ਜਾਣਦਾ। ਇਸ ਤੋਂ ਅਗਲਾ ਸ਼ਲੋਕ ਹੈ, ਮਹਾਂਪੁਰਸ਼ ਉਚਾਰਨ ਕਰਨਗੇ। ਭਗਵਾਨ ਜੀ ਉੱਚੀ ਬੋਲੋ ਮਾੜਾ ਜਿਹਾ। ਅਤੇ ਸਾਡੇ ਮੁੱਖ ਸਰਪ੍ਰਸਤ ਸ੍ਰੀ ਸਤਿਨਾਰਾਇਣ ਜੀ ਮਹਾਰਾਜ, ਚੇਅਰਮੈਨ ਸਾਹਿਬ ਗੋਪਾਲ ਜੀ, ਸਰਪ੍ਰਸਤ ਖੁਸ਼ੀ ਰਾਮ ਜੀ ਮਹਾਰਾਜ ਤੇ ਹੋਰ ਮਹਾਨ ਸ਼ਖਸੀਅਤਾਂ ਜੋ ਅੱਜ ਸ਼੍ਰੀ ਮੰਦਰ ਠਾਕੁਰ ਦੁਆਰਾ ਰਾਧਿਕਾ ਜੀ ਜੋ ਇਸ ਭੇਖ ਦੇ ਫਾਊਂਡਰ ਸਨ, ਪੁਰਸ਼ੋਤਮ ਦਾਸ ਜੀ ਮਹਾਰਾਜ, ਜਿਨ੍ਹਾਂ ਦੇ ਉਹਨਾਂ ਦੇ ਬ੍ਰਹਮਲੀਨ ਹੋਣ ਤੋਂ ਬਾਅਦ ਅੱਜ ਪਹਿਲੀ ਮੀਟਿੰਗ ਹੋਈ ਹੈ। ਸੋ ਉਹਨਾਂ ਦੇ ਸ਼ਿਸ਼ਯ ਹੀਰਾ ਦਾਸ ਜੀ, ਜੋ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਭੇਖ ਦਾ ਸਤਿਕਾਰ ਕਰਦੇ ਹੋਏ, ਤੇ ਉਹਨਾਂ ਨੂੰ ਅਸੀਂ ਇੱਕ ਵਾਰੀ ਬੇਨਤੀ ਕੀਤੀ ਕਿ ਵੀ ਇੱਦਾਂ ਤੁਹਾਡੇ ਅਸੀਂ ਮੀਟਿੰਗ ਰੱਖਣੀ ਆ। ਉਹਨਾਂ ਨੇ ਆਪ ਹੀ ਕਿਹਾ ਜੀ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ। ਸੋ ਉਹਨਾਂ ਨੇ ਇੱਥੇ ਮੀਟਿੰਗ ਪ੍ਰਵਾਨ ਕੀਤੀ, ਸਾਰੇ ਸਾਧੂਆਂ ਦਾ ਸਤਿਕਾਰ ਕੀਤਾ। ਅੱਗੇ ਵੀ ਜਦੋਂ ਵੀ ਆਉਂਦੇ ਆ ਤਾਂ ਉਹ ਬਹੁਤ ਸਤਿਕਾਰ ਕਰਦੇ ਨੇ। ਸੋ ਅਸੀਂ ਪਰਮਾਤਮਾ ਅੱਗੇ, ਕ੍ਰਿਸ਼ਨ ਭਗਵਾਨ ਜੀ ਅੱਗੇ ਬੇਨਤੀ ਕਰਾਂਗੇ ਕਿ ਇਹ ਸਥਾਨ ਉਸੇ ਤਰ੍ਹਾਂ ਚੱਲਦਾ ਰਹੇ ਜੋ ਮਹਾਰਾਜ ਜੀ ਪੁਰਸ਼ੋਤਮ ਦਾਸ ਜੀ ਚਲਾਉਂਦੇ ਰਹੇ। ਉਹਨਾਂ ਨੇ ਇਸ ਭੇਖ ਨੂੰ ਬਹੁਤ ਅੱਗੇ ਲੈ ਕੇ ਗਏ ਤੇ ਅੱਜ ਅਸੀਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਭੇਖ ਨੂੰ ਉੱਪਰਲੀਆਂ ਬੁਲੰਦੀਆਂ ਤੇ ਲੈ ਕੇ ਜਾਵਾਂਗੇ। ਸੋ ਮੈਂ ਹੀਰਾ ਦਾਸ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ। ਸੋ ਸਾਡੇ ਭੇਖ ਦੀਆਂ ਜੋ ਉਪਲਬਧੀਆਂ ਨੇ ਪਿਛਲੇ ਸਮੇਂ ਦੇ ਵਿੱਚ, ਜੋ ਅਸੀਂ ਜਿਹੜੇ ਸਾਡੇ ਭੇਖ ਦੇ ਮਸਲੇ ਨੇ, ਉਹ ਅਸੀਂ ਸਰਕਾਰ ਸਾਹਮਣੇ ਰੱਖਦੇ ਆ ਰਹੇ ਹਾਂ ਤੇ ਅੱਗੇ ਰੱਖਦੇ ਰਹਾਂਗੇ। ਕਿਉਂਕਿ ਅਸੀਂ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਜੀ ਨਾਲ ਰਾਬਤਾ ਕਾਇਮ ਕੀਤਾ ਤੇ ਉਹਨਾਂ ਨਾਲ ਟੱਚ ਅਸੀਂ ਹੋਏ। ਚਲੋ ਮਸਲੇ ਹਜੇ ਪੈਂਡਿੰਗ ਨੇ ਕਿ ਉਹਦੇ ਨਾਲ ਆਪਾਂ ਉਹਨਾਂ ਨਾਲ ਟੱਚ ਰਹਾਂਗੇ, ਸਰਕਾਰਾਂ ਨਾਲ ਟੱਚ ਰਹਾਂਗੇ ਤਾਂ ਉਹ ਆਪਾਂ ਨੂੰ, ਜੇ ਆਪਾਂ ਅਗਲੀ ਵਾਰੀ ਸਹੀ ਫੇਰ ਸੀ, ਜਿਵੇਂ ਅੱਜ ਅਸੀਂ ਅਰੋੜਾ ਸਾਹਿਬ ਆਏ ਨੇ, ਜੇ ਅਸੀਂ ਉਹਨਾਂ ਨਾਲ ਅੱਜ ਟੱਚ ਹੋਏ ਹਾਂ ਤਾਂ ਅੱਗੇ ਆਪਾਂ ਇਹਨਾਂ ਨੂੰ ਕਹਿਣ ਜੋਗੇ ਹਾਂ ਜੀ ਅਸੀਂ ਤੁਹਾਡੇ ਨਾਲ
ਗੱਲਬਾਤ ਕੀਤੀ ਸੀ ਤਾਂ ਤੁਸੀਂ ਆ ਸਾਡਾ ਮਸਲਾ ਹੈ ਇਹ ਹੱਲ ਕਰਾਓ। ਚਲੋ ਸਾਨੂੰ ਭਰੋਸਾ ਦਵਾ ਕੇ ਗਏ ਨੇ। ਸੋ ਅਸੀਂ ਇਸੇ ਤਰ੍ਹਾਂ ਅੱਗੇ ਤਰ੍ਹਾਂ ਤੋਂ ਵੀ ਜਿਹੜੇ ਆਪਣੇ ਸਰਕਾਰ ਦੇ ਮਸਲੇ ਨੇ ਉਹ ਇਹਨਾਂ ਦੇ ਜੋ MLA ਸਾਹਿਬਾਨ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਗੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਜਿਹੜੀ ਹੋਰ ਮੈਂ ਬੇਨਤੀ ਕਰਾਂਗੇ, ਜੋ ਵੀ ਕਿਸੇ ਭੇਖ ਭਗਵਾਨ ਦੇ ਆਪਣੇ ਜੋ ਕੋਈ ਐਪਲੀਕੇਸ਼ਨ ਹੈ ਜਾਂ ਕੋਈ ਮਸਲਾ ਹੈ ਉਹਦੇ ਬਾਰੇ ਕਿ ਆਪਣਾ ਭੋਜਨ ਛਕਣ ਤੋਂ ਬਾਅਦ ਕੋਈ ਆਪਣਾ ਵਿਚਾਰ ਕੀਤਾ ਜਾਊਗਾ। ਤੇ ਅਗਲੀ ਗੱਲ, ਸਾਡੀ ਮੈਂਬਰਸ਼ਿਪ ਜਿਹੜੀਆਂ ਨੇ ਬਹੁਤ ਘੱਟ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ, ਜਿਹੜੀ ਮੈਂਬਰਸ਼ਿਪ ਅਸੀਂ ਲਿਸਟ ਬਣਾਈ ਸੀ ਉਹਦੇ ਨਾਲ ਸਾਰੀਆਂ 20-25 ਮੈਂਬਰਸ਼ਿਪਾਂ ਨੇ, ਆਪਣੇ 70-80 ਮੈਂਬਰ ਨੇ, ਮੈਂਬਰਸ਼ਿਪਾਂ ਸਾਰੀਆਂ 20 ਨੇ। ਤੇ ਇਸ ਲਈ ਮੈਂ ਉਹ ਚੈੱਕ ਕਰ ਲਵਾਂ ਆਪਣਾ ਉਹਦੇ ਨਾਲ ਕੋਈ ਕਿਸੇ ਦੀ ਮੈਂਬਰਸ਼ਿਪ ਰਹਿੰਦੀ ਹੈ ਤੇ ਉਹ ਆਪਣਾ ਮੈਂਬਰਸ਼ਿਪ ਮੈਂ ਆਪਣੇ ਪ੍ਰਦੀਪ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਸਾਰਾ ਰਜਿਸਟਰ ਨਾਲ ਮਿਲਾ ਕੇ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਉਹ ਬਣਾ ਲੈਣ। ਤੇ ਅਗਲਾ, ਜਿਹੜੇ ਕੁਝ ਆਪਣੇ ਆਇਡੈਂਟੀ ਕਾਰਡ ਦੀ ਉਹਨਾਂ ਦੀ ਮਿਆਦ ਲੰਘ ਚੁੱਕੀ ਹੈ, ਉਹ ਜੋ ਵੀ ਜਿਹਦੇ ਵੀ ਮੈਂਬਰਸ਼ਿਪ ਦੇ ਮਿਆਦ ਲੰਘ ਚੁੱਕੀ ਹੈ ਉਹ ਕਾਰਡ ਮੈਨੂੰ ਦੇ ਦਿਓ ਕਿ ਉਹ ਥੋੜਾ ਜਿਹਾ ਉਹ 'ਚ ਸਖਾਲਾ ਹੋ ਜਾਂਦਾ ਕਿ ਉਹ ਪ੍ਰਿੰਟ ਕਰਨਾ ਪੈਂਦਾ ਹੈ, ਨਹੀਂ ਫਿਰ ਕੱਲਾ ਅੱਖਰ ਲਿਖਾਉਣਾ। ਇਸ ਕਰਕੇ ਜਿਹੜੇ ਪੁਰਾਣੇ ਨੇ ਉਹ ਮੇਰੇ ਕੋਲ ਜਮ੍ਹਾਂ ਕਰਾ ਦਿਓ, ਫਿਰ ਉਹ ਅਗਲੀ ਮਿੰਟ ਤੇ ਉਹ ਬਣਵਾ ਕੇ ਤੁਹਾਨੂੰ ਫਿਰ ਦੇ ਦਾਂਗੇ। ਸੋ ਹੁਣੇ ਇੱਕ ਮਹੰਤੀ ਬਾਰੇ ਵਿਚਾਰ ਆਈ ਜੀ। ਸਮਾਗਮਾਂ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਅਮਨ ਅਰੋੜਾ ਜੀ ਉਚੇਚੇ ਤੌਰ ਤੇ ਪੁੱਜੇ ਅਤੇ ਉਹਨਾਂ ਨੇ ਸਮੁੱਚੇ ਭੇਖ ਭਗਵਾਨ ਤੋਂ ਅਸ਼ੀਰਵਾਦ ਲੈਣ ਉਪਰੰਤ ਡੇਰਾ ਬਾਬਾ ਰਾਧਿਕਾ ਦਾਸ ਦੇ ਅਸਥਾਨ ਤੇ ਮੱਥਾ ਟੇਕਿਆ। ਠਾਕੁਰਵਾੜਾ ਡੇਰਾ ਬਾਬਾ ਸ਼੍ਰੀ ਰਾਧਿਕਾ ਦਾਸ ਲੌਂਗੋਵਾਲ ਵਿਖੇ ਅੱਜ ਮਿਤੀ 28 ਜਨਵਰੀ 2022 ਨੂੰ ਭੇਖ ਖੱਟ ਦਰਸ਼ਨ ਸਾਧੂ ਸਮਾਜ ਦੀ ਮੀਟਿੰਗ ਬਹੁਤ ਹੀ ਸੁਚੱਜੇ ਢੰਗ ਨਾਲ ਸੰਪੰਨ ਹੋਈ। ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਸਾਰੇ ਮਹੰਤ ਜਨਾਂ ਦਾ, ਸੰਤਾਂ ਦਾ, ਮਹੰਤਾਂ ਦਾ, ਸਾਰੇ ਭੇਖ ਦਾ ਮੈਂ ਸਵਾਗਤ ਕਰਦਾ ਇੱਥੇ ਆਇਆਂ ਦਾ ਤੇ ਜੀ ਆਇਆਂ ਨੂੰ। ਮੈਂ ਇਸੇ ਢੰਗ ਨਾਲ ਜਿਸ ਤਰ੍ਹਾਂ ਮੇਰੇ ਗੁਰੂ ਜੀ ਮਹੰਤ ਪੁਰਸ਼ੋਤਮ ਦਾਸ ਜੀ ਸੇਵਾ ਕਰਦੇ ਸੀ ਉਸੇ ਤਰ੍ਹਾਂ ਮੈਂ ਵੀ ਸੇਵਾ ਕਰਦਾ ਰਹੂੰਗਾ। ਬੋਲ ਕ੍ਰਿਸ਼ਨ ਭਗਵਾਨ ਕੀ ਜੈ। ਬੀਬੀਆਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਨੇ ਇਕੱਠੇ ਬੈਠ ਕੇ ਛਕਿਆ। ਲੌਂਗੋਵਾਲ ਤੋਂ ਗੌਰਵ ਗਰਗ ਸ਼ੇਰਪੁਰ ਦੀ ਇੱਕ ਖਾਸ ਰਿਪੋਰਟ।